ਸਰ ਤੁਸੀਂ ਲਿਖਾਉਂਦੇ ਬਹੁਤ ਵਧੀਆ ਸਰ। ਹੈ ਤੁਸੀਂ ਲਿਖਾਉਂਦੇ ਬਹੁਤ ਵਧੀਆ ਸਰ। ਲਿਖਾਉਂਦੇ ਪਾਉਂਦੇ ਲਿਖਾਉਂਦਾ ਕਿ ਲਿਖਦਾ? ਨਹੀਂ ਉਦਾਂ ਵੀ ਸਰ ਲਿਖਾਉਂਦੇ ਇੱਕ ਹਿਸਾਬ ਨਾਲ ਸਾਨੂੰ ਸਾਡੇ ਲਈ ਕਰਦੇ ਪਏ ਸਰ ਤੁਸੀਂ ਉਦਾਂ ਹਾਂ ਇੰਨੀ ਹਾਂ ਮਿਹਨਤ ਚਲੋ ਨਾਲ। ਚਲੋ ਚਲੋ ਬਹੁਤ ਥੈਂਕ ਯੂ ਵਧੀਆ ਹੈ ਸਰ। ਥੈਂਕ ਯੂ Yes, ਥੈਂਕ ਯੂ। sir, it is true. ਸੋ ਫਿਊਚਰ ਦੇ ਵਿੱਚ ਇੱਦਾਂ ਲੱਗਦਾ ਹੈ, ਇਟ ਸੀਮਸ ਮਤਲਬ ਇੱਦਾਂ ਲੱਗਦਾ ਹੈ, ਇਟ ਸੀਮਸ ਮੋਰ ਡਿਫਿਕਲਟ ਟੂ ਲਿਵ ਔਨ ਅਰਥ। ਅਰਥ 'ਤੇ ਰਹਿਣਾ ਮੁਸ਼ਕਿਲ ਲੱਗਦਾ ਹੈ ਕਿ ਕੁਛ ਲੋਕ ਸੋਚਦੇ ਹੈ ਕਿ ਜ਼ਿਆਦਾ ਪੈਸਾ ਸਪੈਂਡ ਕਰਨਾ ਚਾਹੀਦਾ ਹੈ ਰਿਸਰਚ ਕਰਨ ਦੇ ਲਈ, ਅਦਰ ਪਲੈਨਟਸ ਰਹਿਣ ਦੇ ਲਈ, ਜਿਵੇਂ ਕਿ ਮਾਰਸ। ਕਿਸ ਹੱਦ ਤੱਕ ਤੁਸੀਂ ਇਹਨਾਂ ਐਗਰੀ ਕਰਦੇ ਹੋ? ਸੋ ਇਹਦੇ ਬੇਸ 'ਤੇ ਆਪਾਂ ਇਹ ਕੁਐਸਚਨ ਬਿਲਡ ਕੀਤਾ, ਇਹ ਆਨਸਰ ਬਿਲਡ ਕੀਤਾ ਅਤੇ ਆਪਾਂ ਦੇਖਣਾ ਇਹ ਆਨਸਰ ਕਿੱਦਾਂ ਹੈ ਅਤੇ ਕੀ ਇਹ ਆਨਸਰ ਜੋ ਸਾਡੀ ਰਿਕੁਆਇਰਮੈਂਟ ਹੈ ਐਸੇ ਦੀ, ਸਾਰੀਆਂ ਰਿਕੁਆਇਰਮੈਂਟਸ ਨੂੰ, ਕੀ ਉਹ ਫੁਲਫਿਲ ਕਰਦਾ। ਪਹਿਲਾਂ ਆਪਾਂ ਇੱਕ ਵਾਰ ਕੁਐਸਚਨ ਪੜ੍ਹ ਲੈਂਦੇ ਹਾਂ। ਇਟ ਇਜ਼ ਆਰਗਿਊਡ ਦੈਟ, ਇਹ ਆਰਗਿਊ ਕੀਤਾ ਜਾਂਦਾ ਹੈ that investment should be made to find other planets where human life is possible, as Earth will become inhabitable in the future. ਸੋ ਇਹ ਆਰਗਿਊ ਕੀਤਾ ਜਾਂਦਾ ਹੈ ਕਿ ਇਨਵੈਸਟਮੈਂਟ ਕੀਤੀ ਜਾਣੀ ਚਾਹੀਦੀ ਹੈ ਹੋਰ ਪਲੈਨਟਸ ਫਾਈਂਡ ਆਊਟ ਕਰਨ ਦੇ ਲਈ ਜਿੱਥੇ ਹਿਊਮਨ ਲਾਈਫ ਪੋਸੀਬਲ ਹੋਵੇ ਅਰਥ ਵਾਂਗੂ, ਕਿਉਂਕਿ ਅਰਥ ਜਿੱਥੇ ਹਿਊਮਨ ਲਾਈਫ ਪੋਸੀਬਲ ਹੋਵੇ, ਕਿਉਂਕਿ ਅਰਥ ਜਿਹੜੀ ਉਹ ਇਨਹੈਬਿਲਿਟੇਬਲ ਬਣ ਜਾਏਗੀ, ਮਤਲਬ ਰਹਿਣ ਲਾਇਕ ਨਹੀਂ ਹੈਗੀ। ਹੈਬਿਲਿਟੇਬਲ ਹੁੰਦਾ ਜਿੱਥੇ ਰਹਿ ਸਕੇ ਬੰਦਾ, ਇਨਹੈਬਿਲਿਟੇਬਲ ਜਿੱਥੇ ਨਾ ਰਹਿ ਸਕੇ। ਸੋ ਇਸ ਤਰ੍ਹਾਂ it is true that due to environmental degradation living condition on earth have worsened। ਇਹਦਾ ਮਤਲਬ ਮੈਂ ਇੰਨਾ ਐਗਰੀ ਕਰਦਾ, ਇਹ ਸੱਚ ਹੈ ਕਿ ਇਨਵਾਇਰਮੈਂਟਲ ਡੀਗ੍ਰੇਡੇਸ਼ਨ ਕਰਕੇ ਲਿਵਿੰਗ ਕੰਡੀਸ਼ਨਸ ਅਰਥ ਉੱਤੇ ਖਰਾਬ ਹੋ ਚੁੱਕੀਆਂ। ਬਟ ਇੱਥੇ ਮੇਰੀ ਕੌਂਟਰਡਿਕਸ਼ਨ ਜਾ ਰਹੀ ਹੈ, ਮਤਲਬ ਮੈਂ ਦੂਸਰੇ ਹਿੱਸੇ ਨਾਲ ਐਗਰੀ ਨਹੀਂ ਕਰਦਾ। ਆਈ ਥਿੰਕ ਮਨੀ ਸ਼ੁੱਡ ਬੀ ਸਪੈਂਟ ਔਨ ਇਨਵਾਇਰਮੈਂਟ ਪ੍ਰੋਟੈਕਸ਼ਨ, ਨਾਟ ਔਨ ਫਾਈਂਡਿੰਗ ਅਦਰ ਪਲੈਨਟਸ। ਅਤੇ ਮੈਨੂੰ ਲੱਗਦਾ ਹੈ ਕਿ ਮਨੀ ਇਨਵਾਇਰਮੈਂਟ ਨੂੰ ਪ੍ਰੋਟੈਕਟ ਕਰਨ ਦੇ ਲਈ ਖਰਚਾ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਅਦਰ ਪਲੈਨਟਸ ਦੇ ਉੱਤੇ। ਸੋ ਫਸਟ ਪਾਰਟ ਆਪਾਂ ਕਿਹਨੂੰ ਡੈਡੀਕੇਟ ਕੀਤਾ, ਸੈਕਿੰਡ ਪਾਰਟ ਕਿਹਨੂੰ ਡੈਡੀਕੇਟ ਕੀਤਾ, ਕਨਕਲੂਜਨ ਕਿੱਦਾਂ। ਦੇਰ ਇਜ਼ ਨੋ ਡਾਊਟ ਦੈਟ ਲਾਈਫ ਇਜ਼ ਨਾਟ ਐਜ਼ ਈਜ਼ੀ ਐਜ਼ ਇਟ ਵਾਜ਼ ਇਨ ਦਾ ਪਾਸਟ। ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਲਾਈਫ ਇੰਨੀ ਸੌਖੀ ਨਹੀਂ ਹੈ ਜਿੰਨੀ ਪਾਸਟ 'ਚ ਸੀਗੀ। ਦ ਮੇਨ ਪ੍ਰੋਬਲਮ ਇਜ਼ ਦ ਗਰੋਇੰਗ ਲੈਵਲ ਆਫ ਇਨਵਾਇਰਮੈਂਟਲ ਪੋਲਿਊਸ਼ਨ that adversely affect human in all part of the world। ਸੋ ਜਿਹੜੀ ਮੇਨ ਪ੍ਰੋਬਲਮ ਹੈ ਉਹ ਕੀ ਹੈ, ਇਜ਼ ਦ ਗਰੋਇੰਗ ਲੈਵਲ ਆਫ ਇਨਵਾਇਰਮੈਂਟਲ ਪੋਲਿਊਸ਼ਨ, ਜਿਹੜੀ ਕਿ ਐਡਵਰਸਲੀ ਇਫੈਕਟ ਕਰ ਰਹੀ ਹੈ ਹਿਊਮਨ ਮੈਨਕਾਈਂਡ ਨੂੰ ਆਲ ਪਾਰਟਸ ਆਫ ਦ ਵਰਲਡ। ਜਿਵੇਂ ਕਿ ਰਾਈਜ਼ਿੰਗ ਕੰਜ਼ੰਪਸ਼ਨ ਹੈ ਆਫ ਨੈਚੁਰਲ ਰਿਸੋਰਸਿਸ ਸਚ ਐਸ ਗੈਸ, oil, coal has resulted in enormous amount of carbon emission being released into the atmosphere, so which impairs the air quality and accelerates climate change। I hope ਤੁਹਾਨੂੰ ਇਹਨਾਂ ਦਾ ਮੀਨਿੰਗ ਸਮਝ ਆ ਰਿਹਾ। The consequences of this are grave ਹੁੰਦਾ ਹੈ ਕਿ ਬਹੁਤ ਜ਼ਿਆਦਾ severe ਹੈ, ਖਤਰਨਾਕ ਹੈ। People in many big cities are suffering from respiratory diseases, more lands have shrunk due to the rise of sea levels, and there are frequent heat waves in tropical countries। Apparently human life now seems in danger। ਸੋ ਆਪਾਂ ਬਿਲਕੁਲ ਇਹ ਐਕਸੈਪਟ ਕਰ ਰਹੇ ਹਾਂ ਕਿ ਅਰਥ ਦੇ ਉੱਤੇ ਮੁਸ਼ਕਿਲ ਹੈ, ਫਰਦਰ ਲਾਈਫ ਹੈ ਜਿਹੜੀ ਆਉਣ ਵਾਲੀ ਮੁਸ਼ਕਿਲ ਹੈ। ਹਾਊਐਵਰ, ਪਰ I would say that spending money finding another home for all creatures on the earth is not a practical measure। ਕਿ ਆਪਾਂ ਹੋਰ ਪਲੈਨਟ ਲੱਭੀਏ ਸਾਰੇ ਕ੍ਰੀਏਚਰਸ ਲਈ ਜਿਹੜੇ ਅਰਥ ਦੇ ਉੱਤੇ ਰਹਿੰਦੇ ਹੈ, ਇਹ ਇੱਕ ਪ੍ਰੈਕਟੀਕਲ ਪੋਰਸ਼ਨ ਨਹੀਂ ਹੈ, ਮੇਜਰ ਨਹੀਂ ਹੈ, ਸੋਲਿਊਸ਼ਨ ਨਹੀਂ ਹੈ। ਦੇਰ ਇਜ਼ ਲਿਟਲ ਹੋਪ ਮਤਲਬ ਬਹੁਤ ਘੱਟ ਹੋਪ ਹੈ, ਆਫ ਸੀਕਿੰਗ ਏ ਪਲੈਨਟ ਦੈਟ ਹੈਜ਼ ਫੇਵਰੇਬਲ ਕੰਡੀਸ਼ਨ ਫॉर ਲਾਈਫ। ਬਹੁਤ ਹੀ ਘੱਟ ਹੋਪ ਹੈ ਕਿ ਜਿੱਥੇ ਸਾਨੂੰ ਫੇਵਰੇਬਲ ਕੰਡੀਸ਼ਨਸ ਮਿਲਣ ਲਾਈਫ ਦੇ ਵਿੱਚ, ਇੱਥੇ ਕਾਮਨ ਨਹੀਂ ਆਉਣਾ। ਵਾਈਲ ਦ ਐਕਸਪੈਂਡੀਚਰ ਕੈਨ ਬੀ ਐਕਸਟ੍ਰੀਮਲੀ ਹਿਊਜ, ਹਾਲਾਂਕਿ ਐਕਸਪੈਂਡੀਚਰ ਬਹੁਤ ਜ਼ਿਆਦਾ ਹੋ ਸਕਦਾ ਹੈ ਇੱਥੇ। ਬਾਈ ਕੰਟਰਾਸਟ, ਉਹਦੇ ਆਪੋਜ਼ਿਟ, a much better solution would be that we should invest in environmental projects and encourage people to lead a more environmentally friendly lifestyle।
ਸੋ ਬੈਸਟ ਸੋਲਿਊਸ਼ਨ ਕੀ ਹੋਏਗਾ ਕਿ ਸਾਨੂੰ ਇਨਵੈਸਟ ਕਰਨਾ ਚਾਹੀਦਾ ਇਨਵਾਇਰਮੈਂਟਲ ਪ੍ਰੋਜੈਕਟਸ ਤੇ ਇਨਕਰੇਜ ਕਰਨਾ ਚਾਹੀਦਾ ਲੋਕਾਂ ਨੂੰ ਟੂ ਲੀਡ ਅ ਮੋਰ ਇਨਵਾਇਰਮੈਂਟਲੀ ਫਰੈਂਡਲੀ ਲਾਈਫ ਸਟਾਈਲ। एग्जाम्पल के तौर पर ग्रीन एनर्जी शुड बी हारनेस्ड एंड मेड रेडली अवेलेबल टू रिड्यूस अवर डिपेंडेंस ऑन फॉसिल फ्यूल। जी ग्रीन एनर्जी है उन्होंने यूज़ किया जाना चाहिए तो अवेलेबल कराना चाहिए रेडली, मतलब डायरैक्टली ईजिली अवेलेबल हो जाए टू रिड्यूस अवर डिपेंडेंस ऑन फॉसिल फ्यूल, ताकि आपू पेट्रोल डीजल वगैरह ये डिपेंड ना होना चाहिए पाए। Individuals ought to opt for public transport rather than driving their personal vehicles। ought to ਹੁੰਦਾ should। ਸੋ ਜਿਹੜੇ ਇੰਡੀਵਿਜੂਅਲਸ ਹੈ ਉਹਨਾਂ ਨੂੰ ਵੀ ਕੀ ਕਰਨਾ ਚਾਹੀਦਾ ਹੈ, ਉਹਨਾਂ ਨੂੰ ਪਬਲਿਕ ਟਰਾਂਸਪੋਰਟ opt ਦਾ ਮਤਲਬ ਹੁੰਦਾ ਚੂਜ਼ ਕਰਨਾ ਚਾਹੀਦਾ ਹੈ rather than driving personal vehicles। such actions can cut toxic air pollutants and slow down the effects of global warming। ਇਹ ਇੱਦਾਂ ਕੀਤਾ ਜਾਏਗਾ, ਗੁੱਡ ਈਵਨਿੰਗ, ਟੌਕਸਿਕ 에ਅਰ ਪੋਲਿਊਟੈਂਟਸ ਘਟ ਜਾਊਗੇ ਤੇ ਗਲੋਬਲ ਵਾਰਮਿੰਗ ਦਾ ਇਫੈਕਟ ਘਟ ਜਾਏਗਾ। ਮੇਕਿੰਗ ਦ ਅਰਥ ਏ ਮੋਰ ਡਿਜ਼ਾਇਰੇਬਲ ਪਲੇਸ ਫॉर एवरीवन। ਸੋ ਇਹ ਨਾ ਜਿਹੜੀ ਅਰਥ ਹੈ ਇੱਕ ਡਿਜ਼ਾਇਰੇਬਲ ਪਲੇਸ ਬਣੇਗੀ ਹਰ ਕਿਸੇ ਦੇ ਲਈ। ਇਨ ਕਨਕਲੂਜਨ, although global warming is a global remedy, it seems unreasonable to suggest that people should find another planet to settle down। Making on planet a more livable place is a better option। so ठीक है, ये ग्लोबल प्रॉब्लम है बट ये अनरीजनेबल है, ये फुलिश है कि आप सुजैसट करिए कि कोई होर प्लैनट लभो रहने के लिए, आपू यही प्लैनट नू लिवेबल बनाना चाहिए, यही एक बैटर ऑप्शन है। सो सब तो पहले आई होप तुहानू ये क्वेश्चन तो समझ आया होएगा, ये बेस पर आप जो आंसर लिखा वो भी समझ आया होएगा। आप इनू देखते हैं कि आंसर जो भी आप कोई लिखते हैं उस किहड़ियां रिक्वायरमेंट्स होंदियां टास्क 2 दियां जिहड़ियां सानू फुलफिल करनियां जरूरी है, तो किस तरह आप हाई बैंड रिसीव कर सकते हैं, क्यों कई बच्चे घट बैंड रिसीव करते हैं तो उन्होंने किद्दां हाई बैंड च लेके जा सकते हैं। सो जिहड़ा साडा टास्क है टास्क 2 वो 4 पैरामीटर्स के उत्ते वैल्यूएट किया जाता है, जिहदे विच फस्ट है टास्क अचीवमेंट, सैकेंड है कोहेजन एंड कोहेरेंस, थर्ड है लैक्सिकल रिसोर्सिस, तो फोर्थ है ग्रामैटिकल रेंज एंड एक्यूरेसी। सो टास्क अचीवमेंट, कोहेजन एंड कोहेरेंस, लैक्सिकल रिसोर्सिस, ग्रामैटिकल रेंज एंड एक्यूरेसी, चारों पोर्शनस है। जिस सब तो पहला आप एक्चुअली चेक करना है टास्क अचीवमेंट। टास्क अचीवमेंट दो चीज़ों पर आप ध्यान रखना है, फुली एड्रैस ऑल पार्ट्स ऑफ द टास्क। सो आप ध्यान देवांगे टास्क दे विच 1 पार्ट है, 2 पार्ट है, 3 पार्ट है, किन्ने पार्ट है, आप उन्होंने फुली एड्रैस करना है, आप पार्शली उन्होंने एड्रैस नहीं करना, कुछ हिस्सा दसता बाकी छड़ दिता, इन्हें साढ़े मार्क्स कट सकते। सैकेंड जो पार्ट होंदा है वो होंदा है प्रेजेंट ए क्लीयर एंड फुली डेवलप्ड पोजीशन का मतलब की है, जो भी साडी पोजीशन है, फॉर एग्जाम्पल आप एग्री किए डिसएग्री किए, जो भी साडे मन च है पार्शली एग्री डिसएग्री किए, जो जितना इत्थे पार्शली है, जो भी साडे दिमाग दे विच है कि आप की पोजीशन लैनी है उन्होंने बहुत ही क्लीयर वे दे नाल आपां दसना है, तो उन्होंने फुली डेवलप पोजीशन लैनी है कि हाँ पे सानू इच कोई शक नहीं है, तो उस आंसर दे विच ਆਪਾਂ ਨੂੰ ਰੈਲੇवेंट फुली एक्सटेंडेड तो वैल सपोर्टेड आइडियाज़ देने पैने हैं। मतलब जो भी आप स्टैंड लिया है, जो भी आप पोजीशन लई है, वो डेवलप किद्दां होनी चाहिए है, उन्होंने डेवलप करने लिए आपको रैलेवेंट फुली एक्सटेंडेड तो वैल सपोर्टेड आइडियाज़ ना उन्होंने हैल्प करना पाएगा। ठीक है, ये समझ आ रहा है कि नहीं। हुण एग्जाम्पल के तौर पर आप देखते हैं कि आपको किद्दां पता लगे कि किन्ने पार्ट्स होंगे टास्क अचीवमेंट दे विच, किसी भी ऐसे दे विच किन्ने पार्ट्स होंगे। फॉर एग्जाम्पल जो इदा हो टू वट एक्सटेंड डू यू एग्री और डिसएग्री, ये या तो आप एग्री कर सकते हैं या आप डिसएग्री कर सकते हैं, या आप एग्री या डिसएग्री कर सकते हैं इक्वली, मीनस इतों पार्शली कहते हैं आप। सो किसी चीज़ ना एग्री कर रहे, किसी चीज़ ना डिसएग्री। सो ये जनरली 1 पार्ट होंगे, ये 2 पार्ट भी हो सकते हैं इन केस जो 2 स्टेटमेंट्स वांगू डिफाइन किया। मैं दसदा वो की पार्ट होंगे, आप ऐसे क्वेश्चन चेक करांगे। डू यू थिंक दैट द बेनिफिट्स ऑफ टूरिज्म आउटवे इट्स ड्रॉबैक्स। इत्थे बेनिफिट्स ते ड्रॉबैक्स की गल की गई है, इनू आप एडवांटेजेस ते डिसएडवांटेजेस कहने हैं।
जनरली सानू एक क्वेश्चन आ जाता है कि एडवांटेजेस ज़्यादा है डिसएडवांटेजेस नालों या डिसएडवांटेजेस ज़्यादा एडवांटेजेस नालों। और 2 पार्ट क्वेश्चन होंगे वो आप एडवांटेजेस मैंशन करनियाँ होंदियां डिसएडवांटेजेस भी मैंशन करनियाँ होंदियां। तो आप जनरली यदा ध्यान रखना होंगे कि प्लूरल जो दिता है फॉर एग्जाम्पल लिखा बेनीफिट्स तो ड्रॉबैक्स तो आप एक एडवांटेज से एक डिसएडवांटेज नहीं दस सकते। ठीक है, इफ़ यू आर आस्क्ड टू गिव एडवांटेजेस दैन गिव मिनिमम ऑफ 2। सानू घट्टो घट्ट 2 एडवांटेजेस तो 2 ही डिसएडवांटेजेस देनिया पैनियां। इन केस जो बेनीफिट्स ज़्यादा है तो सानू 3 एडवांटेजेस भी दित्तियां आप दे सकते हैं ताकि क्लीयर हो जाए कि एडवांटेजेस ज़्यादा है डिसएडवांटेजेस नालों। डिस्कस बोथ साइड्स ऑफ दिस आर्गूमेंट एंड दैन गिव योर ओन ओपीनियन। ये 3 पार्ट क्वेश्चन होंगे क्योंकि ये 2 साइड्स है तो प्लस अपना ओपीनियन है। कई बार कल्ला डिस्कस बोथ साइड्स होंगे तो सानू ओपीनियन की लोड़ नहीं होंगी तो 2 पार्ट हो जाएगा। जनरली तो इदा नहीं आएगा, तो हमेशा ओपीनियन आएगा नाल। ਇਹਦਾ मतलब ਤੁਹਾਨੂੰ ਪਹਿਲਾਂ फस्ट पार्ट ਉਹਨੂੰ क्लीयरली दसना पएगा। ठीक है, ਉਹਨੂੰ एक्सप्लेन करना पएगा। दैन ਤੁਹਾਨੂੰ अपना सैकेंड पार्ट है ਜਿਹੜਾ ठीक है 2 व्यूज़ हो गए। फस्ट व्यू ਨੂੰ दसना पएगा, सैकेंड व्यू ਨੂੰ दसना पएगा। सो दोनों इक्वली ਤੁਸੀਂ दसोगे। उस तो बाद थर्ड पार्ट ਜਿਹੜਾ ਹੋਏਗਾ ਉਹ ਤੁਹਾਡਾ ओपीनियन होएगा। सो ਜਿਹੜਾ ओपीनियन है योर ओपीनियन कैन बी वन ऑफ द व्यूज़ और कॉम्बीनेशन ऑफ बोथ। सो ਜੇ ਤਾਂ ਤੁਹਾਡਾ ਕਿਸੇ ਇੱਕ ਦੇ ਨਾਲ व्यू मैच करदा ਤੇ दैन ਤੁਸੀਂ ਉਹਦੇ ਨਾਲ ਆਪਣੇ ਆਪ ਨੂੰ ਉਹਦੇ ਨਾਲ ਐਗਰੀ ਕਰ ਸਕਦੇ ਹੋ ਕਿ ਹਾਂ ਕਿ ਮੇਰੇ ਸਾਹਮਣੇ ਇਹ ਠੀਕ ਹੈ। ਸੋ ਉਹਨਾਂ ਦੇ ਨਾਲ ਤੁਸੀਂ ਖੜੇ ਹੋ ਸਕਦੇ ਹੋ। ਜੇ ਨਹੀਂ ਤਾਂ ਤੁਹਾਨੂੰ ਆਪਣਾ ਇੱਕ ਸੈਪਰੇਟ ਪੈਰਾਗ੍ਰਾਫ ਬਣਾ ਕੇ ਆਪਣਾ ਅਲੱਗ ਤੋਂ ਆਨਸਰ ਦੇਣਾ ਪਏਗਾ ਕਿ ਹਾਂ, ਜਾਂ ਤੁਸੀਂ ਉਹ ਕਨਕਲੂਜਨ 'ਚ ਦੇ ਸਕਦੇ ਹੋ ਜਾਂ ਸੈਪਰੇਟ ਪੈਰਾਗ੍ਰਾਫ ਬਣਾ ਸਕਦੇ ਹੋ ਕਿ ਤੁਹਾਡਾ ਓਪੀਨੀਅਨ ਕੀ ਹੈ। ਸਰ ਕਨਕਲੂਜਨ ਵਿੱਚ ਮਿਕਸ ਹੀ ਕਰ ਸਕਦੇ ਉਹਨੂੰ ਨਾਲ। ਬਿਲਕੁਲ ਕਰ ਸਕਦੇ ਹਾਂ ਆਪਾਂ। What are the reasons, what effects does it have on individuals and society? ਹੁਣ ਜੇ क्वेश्चन ਇੱਦਾਂ ਹੁੰਦਾ ਹੈ ਕਿ what are the reasons ਜਾਂ causes, ठीक है, ਕਿਸੇ कंसेप्ट ਦੇ ਤੇ what are its solutions। ਇਹ 2 ਪਾਰਟ क्वेश्चन है क्योंकि ਆਪਾਂ ਇਹਦੇ ਵਿੱਚ causes ਦੱਸਣੇ ਆ ਤੇ solutions ਦੱਸਣੇ ਆ। क्योंकि ਇਹਦੇ ਵਿੱਚ S word यूज़ ਕੀਤਾ ਹੋਏਗਾ ਤਾਂ ਆਪਾਂ causes ਵੀ 2 ਦੱਸਾਂਗੇ ਤੇ solutions ਵੀ ਉਹਨਾਂ ਦੇ 2 ਦੱਸਾਂਗੇ। बट जे क्वेश्चन इदा है कि ये की रीजनस है तो वट इफैक्ट डज इट हैव ऑन इंडिविजुअल्स एंड सोसाइटी, इस केस में आप ध्यान रखना है कि इंडिविजुअल्स अलग है सोसाइटी अलग है। यदा मतलब एक पार्ट तो आप रीजनस दसांगे, ये 3 पार्ट क्वेश्चन हो जाएगा। एक पार्ट दे विच आप इंडिविजुअल्स दसांगे, सॉरी इफैक्ट्स दसांगे इंडिविजुअल्स दे उत्ते तो एक विच आप इफैक्ट दसांगे सोसाइटी के उत्ते। दैट मीनस ये 3 पार्ट्स आपां नूं डिवाइड करना पाएगा। सो जिन्ने पार्ट्स हो गए उस हिसाब नाल आपां पैराग्राफ्स नूं भी मैनेज करांगे। इत्थे आपां जो ध्यान देना वो की है, जदों भी साडे को एंड वाला कंसैप्ट होवे, ठीक है, आपां नूं ध्यान देना है वॉच फॉर द वर्ड एंड इन द स्टेटमेंट। इन दैट केस यू आर सपोज्ड टू प्रेजेंट मोर दैन वन एलीमेंट। सो तुहानूं एक्चुअली एक तो ज़्यादा चीज़ां दे उत्ते आर्गूमेंट या ज़्यादा चीज़ों के उत्ते एक्सप्लेनेशन की जरूरत है। सो दैट मीनस जिवें कि इत्थे एंड की गल कीती सी, सो इंडिविजुअल्स अलग हो गए तो सोसाइटी अलग हो गए। हुण जे आपां इत्थे देखिए, इत्थे लिखा है इट सीम्स इट इन द फ्यूचर इट सीम्स मोर डिफिकल्ट टू लिव ऑन अर्थ। इत्थे कोई फैक्ट नहीं दसिया, इदां ने लिखा कि इदां लगदा है कि डिफिकल्ट है अर्थ ते रहना। तो सम पीपल थिंक दैट मनी शुड बी स्पेंट ऑन रिसर्चिंग अदर प्लैनट्स टू लिव सच एज मार्स। ठीक है, टू वट एक्सटेंड डू यू एग्री डिसएग्री। तो कुछ लोग कहते हैं कि सानू इदा करना चाहिए। हुण इत्थे आपां इस चीज़ नाल डेफिनेटली एग्री कर रहे हैं, बट इस चीज़ नाल आपां एग्री नहीं कर रहे। सो उसी बेस ते आपां 2 पैराग्राफ्स नूं जनरेट कीता, मीनस 2 पॉइंट ऑफ व्यूज़ नूं डिफाइन कीता है। इस पार्ट दे विच आपां फुली एक्सटेंडेड इन्फॉर्मेशन दी है कि क्यों ये डिफिकल्ट है, कि सच है क्यों अर्थ ते रहना डिफिकल्ट हो जाएगा फ्यूचर दे विच। तो बट इन्ना आप डिसएग्री कर रहे हैं कि क्यों सानू इदा लगता है कि आपां नूं इह ते पैसा खर्चा नहीं करना चाहिए, सगों कि अपने प्लैनेट ते खर्चा करना चाहिए। वो आपां इत्थे कीता है एक्सप्लेन। इदा क्यों, नैक्सट देखते हैं। पहले आप एक पूरा सैक्शन समझ लिए। टास्क अचीवमेंट हो गया कि आप एक स्टैंड लिया सी इहदा, तो उस स्टैंड नूं आपां फुली एक्सटेंडेड वे दे नाल एग्जाम्पल्स दे के रीजनिंग करके एक्सप्लेन किया। तो एंड तक अपना जिहड़ा ओपीनियन है वो सेम रहा। कोहेजन एंड कोहेरेंस दा पार्ट है यूज कोहेजन इन सच अ वे दैट इट अट्रैक्ट्स नो अटेंशन ऑफ द रीडर बेसिकली। सो जे तुहाडे क्वेश्चन नूं रीड करते हुए साडा अटेंशन किते स्पैसीफिकली जगह ते रुकिया नहीं, जिथे एब्जर्ड नहीं लगा रीडर नूं, दैट मीनस तुहाडा ऐसे वधिया होएगा उस केस दे विच।
ठीक है। तो सैकेंड है स्किलफुली मैनेजेस पैराग्राफिंग। सो स्किलफुली वधिया ढंग नाल आपां पैराग्राफिंग नूं मैनेज करना है। सो ये दोनों आपां चैक करते हैं, कोहेजन एंड कोहेरेंस की है तो पैराग्राफिंग की है। असल दे विच जिहड़ा कोहेरेंस वर्ड हुंदा है ना, इहनूं एक्चुअली पैराग्राफिंग कहंदे है, तो कोहेजन जिहड़ा हुंदा है इहनूं आपां लिंकिंग कहने या रैफरेंसिंग कहने। रैफरेंसिंग की हुंदा, लिंकिंग की हुंदा, आपां चैक करना है। सो पैराग्राफिंग मीनस हाउ मैनी पैराग्राफ्स टू मेक, किन्ने पैराग्राफ्स बनाने हैं, दो मतलब चार बनाने हैं, इंट्रोडक्शन कंक्लूजन तो दो बॉडी पैराग्राफ, या पांच बनाने, मोस्ट लाइकली चार या पांच दी ही ऑप्शनस होंगे। सो लिंक कोहेजन हो गया, लिंकिंग एंड रैफरेंसिंग जिहदा मतलब की हुंदा है द एक्शन ऑफ फॉर्मिंग ए यूनाइट होल। बेसिकली तुसीं पूरी दी पूरी इनफॉर्मेशन नूं लिंकिंग वर्ड्स नाल इस तरह कनैक्ट करना है कि जिवें कि वो एक सीक्वेंस दे विच बनिया रहे, एक यूनाइटेड पूरा कंप्लीट ऐसे लगे जो कि किते भी डिसकनैक्टेड ना होवे। इदां हुण जिहड़ा आपां फस्ट पार्ट है पैराग्राफिंग, किद्दां डिसाइड करिए कि कितना पैराग्राफ बनने हैं। फस्ट पार्ट चैक करते हैं, जो आप कहने टू वट एक्सटेंड डू यू एग्री और डिसएग्री, ये आप इंट्रोडक्शन लिखते हैं, उस बाद रीजनस वाई आई एग्री या फिर डिसएग्री, अनदर रीजन वाई आई एग्री या डिसएग्री, या वाई आई डोंट एग्री या डिसएग्री, ये ऑप्शनल होंदा है। सो इदा भी हो सकता है कि आप पार्शली जो एग्री डिसएग्री करते हैं एक हिस्से ते, जे तो आप एग्री कर रहे हैं उन्होंने अलग मैंशन कर दें, जिस हिस्से ते आप डिसएग्री कर रहे हैं उन्होंने अलग मैंशन कर दें, जिदा कि हुण आपां कीता है। प्लस होएगा कंक्लूजन। सो ये 4 to 5 पार्ट्स पैराग्राफ्स बनोगे। डू यू थिंक दैट द बेनिफिट्स ऑफ टूरिज्म आउटवे इट्स ड्रॉबैक्स। बेसिकली ये 4 पैराग्राफ्स बनने हैं, जिहदे आप इंट्रोडक्शन लिखांगे, एडवांटेजेस लिखांगे, डिसएडवांटेजेस लिखांगे, कंक्लूजन लिखांगे। हुण एडवांटेजेस दे नाल लिखा है 3, डिसएडवांटेजेस नाल लिखा है 2। इहदा की मतलब है, आप अज्यूम कर रहे हैं देर आर मोर बेनिफिट्स। जो आप ये कही कि हाँ जी बेनिफिट्स ड्रॉबैक्स तो ज़्यादा सीगे, तो आपको 3 एडवांटेजेस देनिया पैनियां तो 2 डिसएडवांटेजेस। ये अदर वे राउंड हो जाएगा, 3 डिसएडवांटेजेस 2 एडवांटेजेस हो सकते हैं, जे आपको लगे कि मोर की है डिसएडवांटेजेस है। नैक्सट पार्ट है जिहड़ा डिस्कस बोथ साइड्स ऑफ दिस आर्गूमेंट एंड दैन गिव योर ओन ओपीनियन। ये भी 5 पैराग्राफ्स बन सकते हैं, बट ये एट द सेम टाइम आप 4 पैराग्राफ्स भी बना सकते हैं। ये आप इंट्रोडक्शन लिखांगे, फस्ट व्यू लिखांगे, सैकेंड व्यू लिखांगे, ओपीनियन होएगा तो कंक्लूजन होएगा। सो ओपीनियन है जिहड़ा वो आप सैपरेटली कंस्ट्रक्ट कर सकते हैं, या आप ओपीनियन नूं कंक्लूजन दे नाल भी लिख सकते हैं। दूसरा एक ऑप्शन जिहड़ा यह हुंदा है कि आपां ओपीनियन जे फस्ट या सैकेंड व्यू के नाल किसी नाल मैच करता है तो आपां उहदे नाल भी जोड़ के अपना ओपीनियन दे सकते हैं, जिवें कि लाइक सेइंग आई साइड विद दोज पीपल हू बिलीव दैट कि इदां होना चाहिए। सो मैं उन्होंने लोगों के नाल साइड है, या मैं उन्होंने लोगों के नाल एग्री करदा है जिहड़े कि इदां सोचते हैं कि इदां होना चाहिए। सो इस तरह आपां ओपीनियन जिहड़ा है वो एक साइड नाल कनैक्ट भी कर सकते हैं, या फिर कंक्लूजन सैपरेटली भी लिख सकते हैं, या फिर तीसरा ऑप्शन क्या है कि आप ओपीनियन को सैपरेटली भी मैंशन कर सकते हैं। सो अगेन ये 4 to 5 पैराग्राफ्स बन सकते हैं। वट आर द रीजनस, वट इफैक्ट्स डज इट हैव ऑन इंडिविजुअल्स एंड सोसाइटी। ये डेफिनेटली कोई ऑप्शन नहीं है, सिर्फ तो सिर्फ 5 ही पैराग्राफ्स बनाने पैने हैं, क्योंकि एक इंट्रोडक्शन होएगी, उस तो इलावा रीजनस नूं आपां अलग दसांगे, उस तो बाद इफैक्ट जिहड़ा है इंडिविजुअल्स के उत्ते वो अलग दसांगे, तो इफैक्ट जिहड़ा सोसाइटी के उत्ते वो अलग दसांगे। इंडिविजुअल्स तो इदा फर्क पिया, सोसाइटी तो ओवरऑल इदा फर्क पिया। सो दोनों ही सैपरेट मैंशन करने पैने हैं, क्योंकि इन्हों सैपरेटली ही पूछा गया है। ये इंपॉर्टेंट है समझना है, क्योंकि इत्थे एंड टर्म यूज़ की गई सी। सर रीजन वाली स्टेटमेंट वाली किद्दां होनी है, रीजन फॉर द स्टेटमेंट। लेट्स सपोज कोई भी क्वेश्चन है कि जिवें कि ग्लोबल वार्मिंग का कोई क्वेश्चन आ जाता है, ठीक है, तो वो क्वेश्चन पूछा जाता है कि वट आर द रीजनस ऑफ ग्लोबल वार्मिंग, तो उस तो बाद किया जाता है वट आर द इफैक्ट्स ऑन ऑफ ग्लोबल वार्मिंग ऑन इंडिविजुअल्स एंड वट आर द इफैक्ट्स ऑन सोसाइटी। सो उस केस में आप ग्लोबल वार्मिंग किस करके हो रही है, किस करके हो रही है, आप कहांगे जी जिहड़े नैचुरल फॉसल फ्यूल्स है, जिहड़े नैचुरल रिसोर्सिज उन्होंने बहुत ज़्यादा कंज्यूम किया जा रहा है, इस करके ग्लोबल वार्मिंग हो रही है। डीफॉरेस्टेशन हो रही है, दरख्तों को कटते जा रहे हैं, कंक्रीट जंगल्स बनते जा रहे हैं, बड़िया बड़िया बिल्डिंग्स स्काई स्कैपर्स उन्होंने जगह कट रही है, तो
ਜਿਹੜੇ ਪਲਾਂਟਸ ਹੈ ਉਹ ਘਟ ਰਹੇ ਹੈ, ਠੀਕ ਹੈ, ਉਹਨਾਂ ਪਰਸਿਪੀਟੇਸ਼ਨ ਘੱਟ ਹੋ ਰਹੀ ਹੈ, ਰੇਨਫਾਲ ਘੱਟ ਹੁੰਦੀ ਹੈ, ਅਤੇ ਦੈਟ ਕੁਡ ਆਲਸੋ ਲੀਡ ਟੂ ਗਲੋਬਲ ਵਾਰਮਿੰਗ। ਸੋ ਉਹ ਰੀਜ਼ਨਸ ਹੋ ਗਏ। ਦੈਨ ਉਹਦਾ ਇੰਡੀਵਿਜੂਅਲਸ ਦੇ ਉੱਤੇ ਕੀ ਇਫੈਕਟ ਪੈ ਰਿਹਾ ਹੈ ਅਤੇ ਉਹਦਾ ਸੋਸਾਇਟੀ ਦੇ ਉੱਤੇ ਕੀ ਇਫੈਕਟ ਪੈ ਰਿਹਾ, ਦੈਨ ਵੀ ਕੈਨ ਥਿੰਕ ਅਬਾਊਟ ਦੈਟ ਪਾਰਟ। ਸੋ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਦਾ ਟੌਪਿਕ ਆਇਆ ਅਤੇ ਉਹਦੇ ਵਿੱਚ ਕੀ ਉਹਦੇ ਰੀਜ਼ਨਸ ਬਣੂਗੇ, ਉਸੇ ਟੌਪਿਕ ਨਾਲ ਰਿਲੇਟਡ ਕੀ ਉਹਦੇ ਰੀਜ਼ਨਸ ਬਣੂਗੇ, ਤਾਂ ਉਹਦਾ ਇੰਡੀਵਿਜੂਅਲ 'ਤੇ ਕੀ ਇਫੈਕਟ ਪਏਗਾ ਜਾਂ ਸੋਸਾਇਟੀ 'ਤੇ ਕੀ ਇਫੈਕਟ ਪਏਗਾ। ਕੁਐਸਚਨ ਆ ਜਾਂਦੇ, ਇੱਕ ਦੇਣੇ ਕਿ 2 ਦੇਣੇ, ਕਿੱਦਾਂ ਕਿ ਆਪਣੀ ਮਰਜ਼ੀ ਨਾਲ ਹੀ? ਨਹੀਂ, ਉਹ ਆਪਾਂ ਦੇਖਾਂਗੇ। ਮੋਸਟ ਲਾਈਕਲੀ ਉੱਥੇ ਰੀਜ਼ਨਸ ਹੀ ਲਿਖਿਆ ਹੋਏਗਾ, ਇਸ ਕਰਕੇ ਆਪਾਂ ਇੱਕ ਰੀਜ਼ਨ ਨਹੀਂ ਦੇਵਾਂਗੇ। ਜਿੱਦਾਂ ਮੈਂ 2 ਰੀਜ਼ਨਸ ਦਿੱਤੇ ਨਾ, ਫੋਸਲ ਫਿਊਲਸ ਦਾ ਜਾਂ ਨੈਚੁਰਲ ਸੋਰਸਿਸ ਨੂੰ ਜ਼ਿਆਦਾ ਯੂਜ਼ ਕੀਤਾ ਜਾ ਰਿਹਾ ਹੈ, ਜਿੰਨਾ ਪੋਲਿਊਸ਼ਨ ਜ਼ਿਆਦਾ ਹੁੰਦਾ ਹੈ, ਠੀਕ ਹੈ, ਵਹੀਕਲਸ ਦੇ ਥਰੂ, ਜਾਂ ਦੂਸਰਾ ਆਪਸ਼ਨ ਮੈਂ ਦੱਸਿਆ ਡੀਫੋਰੈਸਟੇਸ਼ਨ ਹੋ ਰਹੀ ਹੈ, ਠੀਕ ਹੈ, ਡਿਜ਼ਰਟੀਫਿਕੇਸ਼ਨ ਹੋ ਰਹੀ ਹੈ, ਡੀਫੋਰੈਸਟੇਸ਼ਨ ਹੋ ਰਿਹਾ ਹੈ, ਠੀਕ ਹੈ, ਉਸ ਕਰਕੇ ਆਪਾਂ ਇਹ ਰੀਜ਼ਨ ਦੇ ਸਕਦੇ। ਸੋ ਹਾਂ, ਬਿਲਕੁਲ ਆਪਾਂ ਕਦੀ ਵੀ ਇੱਕ ਰੀਜ਼ਨ ਨਹੀਂ, ਕੋਸ਼ਿਸ਼ ਕਰਾਂਗੇ ਆਪਾਂ 2 ਰੀਜ਼ਨਸ ਦਾ ਹੀ ਹੈ। ਅਤੇ ਜੇ ਇੱਕ ਹੀ ਰੀਜ਼ਨ ਇੱਕ ਮੇਨ ਰੀਜ਼ਨ ਬਣ ਰਿਹਾ ਅਤੇ ਆਪਾਂ ਕੋਸ਼ਿਸ਼ ਕਰਾਂਗੇ ਉਸ ਰੀਜ਼ਨ ਨੂੰ ਫਰਦਰ 2 ਹਿੱਸਿਆਂ 'ਚ ਬਾਈਫਰਕੇਟ ਕਰ ਦਈਏ ਕਿ ਇੱਦਾਂ ਵੀ ਹੈ ਅਤੇ ਇੱਦਾਂ ਵੀ ਹੈ, ਤਾਂ ਕਿ ਸਮ ਹਾਊ ਉਹ ਪਲੂਰਲ ਫਾਰਮ 'ਚ ਜਾਏ। ਸਰ ਇਦਾਂ ਵੀ ਹੁੰਦਾ ਜਿੱਦਾਂ ਜਿੰਨੇ ਜ਼ਿਆਦਾ ਪੈਰਾਗ੍ਰਾਫ ਹੋਊਗੇ ਉਨੇ ਬੈਂਡ ਵਧੀਆ ਮਿਲਦੇ ਆ? ਨਹੀਂ, ਇੱਦਾਂ ਬਿਲਕੁਲ ਨਹੀਂ ਹੈ। ਇਹ ਉਹ ਵਾਲਾ ਪੇਪਰ ਨਹੀਂ ਹੈਗਾ ਜਿਹੜਾ +2 'ਚ ਤੁਸੀਂ ਜਾਂ ਗ੍ਰੈਜੂਏਸ਼ਨ 'ਚ ਜਾਂਦੇ ਹੋ, ਗਿੱਠਾ ਨਾਲ ਨਾਪ ਕੇ ਤੁਹਾਨੂੰ ਨੰਬਰ ਮਿਲ ਜਾਂਦੇ, ਜਿੰਨਾ ਜ਼ਿਆਦਾ ਲਿਖਿਆ ਹੋਏ ਉਨੇ ਮਾਰਕਸ ਜ਼ਿਆਦਾ। ਇੱਦਾਂ ਨਹੀਂ ਹੈਗਾ। ਇਹ ਵੈਲਿਊਏਬਲ ਕੰਟੈਂਟ, ਮੈਂ ਉਹੀ ਤਾਂ ਦੱਸ ਰਿਹਾ ਕਿ ਤੁਹਾਨੂੰ ਨੰਬਰ ਕਿਹਦੇ ਮਿਲਣੇ ਆ। ਸੋ ਪਹਿਲਾਂ ਦੇਖੋ, ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਜਿਹੜਾ ਆਪਾਂ ਪਹਿਲਾ ਪਾਰਟ ਕੀਤਾ ਸੀ ਕਿ ਤੁਸੀਂ ਸਾਰੇ ਪਾਰਟਸ ਨੂੰ ਐਡਰੈਸ ਕੀਤਾ ਕਿ ਨਹੀਂ, ਉਹਦੇ ਮਾਰਕਸ ਮਿਲਣੇ ਆ। ਤੁਸੀਂ ਜੋ ਆਪਣੀ ਪੋਜੀਸ਼ਨ ਦੱਸੀ ਸੀ ਸਟਾਰਟਿੰਗ ਦੇ ਵਿੱਚ, ਉਹ ਐਂਡ ਤੱਕ ਤੁਸੀਂ ਉਹਨੂੰ ਫੋਲੋ ਕੀਤਾ, ਉਹਦੇ ਲਈ ਫੁੱਲੀ ਐਕਸਟੈਂਡ ਸਪੋਰਟਡ ਆਈਡੀਆਜ਼ ਦਿੱਤੇ, ਇਹਦੇ ਨੰਬਰ ਮਿਲਣੇ ਆ, ਠੀਕ ਹੈ। ਉਸ ਤੋਂ ਇਲਾਵਾ ਤੁਸੀਂ ਪੈਰਾਗ੍ਰਾਫਿੰਗ ਸਹੀ ਕੀਤੀ ਹੈ ਕਿ ਨਹੀਂ, ਕਿ ਤੁਸੀਂ ਮਿਕਸ ਕਰ ਦਿੱਤਾ ਸਭ ਕੁਛ, ਉਹਦੇ ਨੰਬਰ ਸੈਪਰੇਟ ਹੁੰਦੇ ਆ। ਤੁਸੀਂ ਉਹਨੂੰ ਲਿੰਕ ਕੀਤਾ ਸਹੀ ਢੰਗ ਨਾਲ, ਰੈਫਰੈਂਸਿੰਗ ਯੂਜ਼ ਕੀਤੀ ਨਹੀਂ ਕੀਤੀ, ਉਹਦੇ ਨੰਬਰ ਮਿਲਣੇ ਆ। ਫੋਰ ਐਗਜ਼ਾਮਪਲ ਜਿਵੇਂ ਹੁਣ ਆਪਾਂ ਇੱਥੇ ਦੇਖਿਆ ਕਿ ਪੈਰਾਗ੍ਰਾਫਸ ਆਪਾਂ ਕਿੱਦਾਂ ਬਣਾਈ ਦੇ ਆ, ਕਿੰਨੇ ਪੈਰਾਗ੍ਰਾਫਸ ਜ਼ਰੂਰੀ ਹੁੰਦੇ ਬਣਾਉਣੇ। ਹੁਣ ਅੱਗੇ ਲਿੰਕਿੰਗ ਐਂਡ ਰੈਫਰੈਂਸਿੰਗ ਦੇਖੋ ਕੀ ਹੁੰਦਾ ਹੈ। ਸੋ ਜਦੋਂ ਵੀ ਆਪਾਂ ਸਟਾਰਟ ਕਰਦੇ ਹਾਂ ਕਿਸੇ ਵੀ ਕੁਐਸਚਨ ਨੂੰ, ਅਤੇ ਆਪਾਂ ਪੈਰਾਫਰੇਜ਼ਿੰਗ ਦੇ ਵਿੱਚ ਜਨਰਲੀ ਆਪਾਂ ਇੱਦਾਂ ਕਹਿ ਦਈਦਾ, ਇਟ ਇਜ਼ ਜਨਰਲੀ ਆਰਗਿਊਡ ਦੈਟ, ਇਟ ਇਜ਼ ਸਜੈਸਟਿਡ ਦੈਟ, ਇਟ ਇਜ਼ ਕੰਸੀਡਰਡ ਦੈਟ, ਇਟ ਇਜ਼ ਥਾਟ ਦੈਟ, ਇਟ ਇਜ਼ ਬਿਲੀਵਡ ਦੈਟ, ਠੀਕ ਹੈ। ਇੱਥੋਂ ਆਪਾਂ ਸਟਾਰਟ ਕਰ ਲਈਦਾ ਕਿਸੇ ਸੈਂਟੈਂਸ ਨੂੰ। ਜਦੋਂ ਆਪਾਂ ਕਨਕਲੂਡ ਕਰਨਾ ਹੋਵੇ ਤਾਂ ਆਪਾਂ ਕਹਿ ਸਕਦੇ ਟੂ ਕਨਕਲੂਡ, ਇਨ ਕਨਕਲੂਜਨ, ਟੂ ਸਮ ਅਪ, ਟੂ ਸਮਰਾਈਜ਼, ਟੂ ਰੈਪ ਅਪ, ਜਾਂ ਟੂ ਰੀਕੈਪਚੂਲੇਟ। ਜਨਰਲੀ ਆਪਾਂ 2 ਜ਼ਿਆਦਾ ਯੂਜ਼ ਕਰਦੇ ਹਾਂ। ਆਲਦੋ ਤੁਸੀਂ ਆ ਵੀ ਕਰ ਸਕਦੇ ਹੋ, ਆ ਵੀ ਕਰ ਸਕਦੇ ਹੋ, ਆ ਵੀ ਕਰ ਸਕਦੇ ਹੋ। ਜਦੋਂ ਆਪਾਂ ਸਟਾਰਟ ਕਰਦੇ ਹਾਂ, ਟੂ ਬਿਗਿਨ ਵਿਦ ਜਾਂ ਟੂ ਕਮੈਂਸ ਵਿਦ, ਟੂ ਇਨੀਸ਼ੀਏਟ ਵਿਦ, ਫਸਟ ਐਂਡ ਫੋਰਮੋਸਟ ਦਾ ਫਸਟ ਰੀਜ਼ਨ ਜਾਂ ਫੈਕਟਰ ਇਜ਼ ਦੈਟ ਇਨੀਸ਼ੀਅਲੀ, ਇਸ ਤਰ੍ਹਾਂ ਆਪਾਂ ਬੋਡੀ ਪੈਰਾ 1 ਨੂੰ ਸਟਾਰਟ ਕਰ ਸਕਦੇ ਹਾਂ, ਫਸਟ ਪੈਰਾਗ੍ਰਾਫ ਨੂੰ। additional information ਦੇਣ ਦੇ ਲਈ another possible answer could be, another option could be ਜਾਂ likewise, moreover, in addition, besides, ਠੀਕ ਹੈ, not only but also, similarly, furthermore, moreover। ਸੋ ਇਹ ਵਰਡਸ ਹੈ ਜਿਹੜੇ ਆਪਾਂ ਯੂਜ਼ ਕਰਦੇ ਹਾਂ ਐਕਸਟਰਾ ਇਨਫੋਰਮੇਸ਼ਨ ਦੇਣ ਦੇ ਲਈ, ਇੱਕ ਪੁਆਇੰਟ ਤੋਂ ਬਾਅਦ ਨੈਕਸਟ ਪੁਆਇੰਟ ਦੱਸਣ ਦੇ ਲਈ। ਐਗਜ਼ਾਮਪਲ ਦੇਣ ਲਈ ਆਪਾਂ ਹਮੇਸ਼ਾ ਯੂਜ਼ ਕਰਦੇ ਹਾਂ ਫॉर ਐਗਜ਼ਾਮਪਲ, ਫॉर ਇੰਸਟੈਂਸ, ਟੂ ਸਾਈਟ ਐਨ ਐਗਜ਼ਾਮਪਲ, ਵਨ ਕਲੀਅਰ ਐਗਜ਼ਾਮਪਲ ਇਜ਼ ਦਿਸ, a good case in point is this, ਠੀਕ ਹੈ, ਟੂ ਇਲਿਸਟਰੇਟ ਸਚ ਐਜ਼, ਠੀਕ ਹੈ, ਐਗਜ਼ਾਮਪਲਸ ਹੋ ਗਈਆਂ। ਕੋਈ ਕੌਨਸੀਕੁਐਂਸ ਦੱਸਣਾ ਹੋਵੇ ਉਹਦੇ ਲਈ ਆਪਾਂ ਯੂਜ਼ ਕਰਦੇ, ਜ਼ਿਆਦਾਤਰ ਤੁਸੀਂ ਦੇਖੋਗੇ ਮੈਂ ਲਿਖਿਆ ਹੋਇਆ ਦੇਅਰਫੋਰ, ਹੈਂਸ, ਕੌਨਸੀਕੁਐਂਟਲੀ, ਕਈ ਵਾਰ ਆਪਾਂ ਅਪੇਰੈਂਟਲੀ, ਇਵੈਂਚੁਅਲੀ, ਠੀਕ ਹੈ, ਐਜ਼ ਅ ਰਿਜ਼ਲਟ, ਇਹ ਟਰਮ ਯੂਜ਼ ਕਰਦੇ ਹਾਂ ਜਦੋਂ ਵੀ ਆਪਾਂ ਕੋਈ ਵੀ ਕਿਸੇ ਚੀਜ਼ ਦਾ ਰਿਜ਼ਲਟ ਦੇਣਾ ਹੋਵੇ। ਡਿਊ ਟੂ ਦਿਸ, ਫॉर ਦਿਸ ਰੀਜ਼ਨ, ਇਹ ਸਾਰੇ ਕਨੈਕਟਰਸ ਦਾ ਪਾਰਟ ਹੈ। ਕਿਸੇ ਚੀਜ਼ ਨੂੰ ਹਾਈਲਾਈਟ ਕਰਨ ਦੇ ਲਈ, ਸਟ੍ਰੈਸ ਦੇਣ ਦੇ ਲਈ ਆਪਾਂ ਯੂਜ਼ ਕਰਦੇ ਹਾਂ ਪਰਟੀਕੂਲਰਲੀ, ਇਨ ਪਰਟੀਕੂਲਰ, ਸਪੈਸ਼ਲੀ, ਸਪੈਸ਼ਲੀ, ਸਪੈਸੀਫਿਕਲੀ, ਜਾਂ obviously, of course, clearly। ਕੰਸੈਸ਼ਨ ਜਾਂ ਕੰਟਰਾਸਟ ਮੀਨਸ ਆਪੋਜ਼ਿਟ ਦੱਸਣਾ ਹੋਵੇ ਤਾਂ ਐਡਮਿਟਡਲੀ ਹੁੰਦਾ ਕਿ ਚਲੋ ਆਪਾਂ ਇਹਨੂੰ ਮੰਨ ਲੈਂਦੇ ਹਾਂ, ਨੈਵਰਦਲੈਸ, ਹਾਊਐਵਰ, even though, although, but, despite, in spite of, on the other hand, in contrast, by contrast, alternatively। So these are the options। Reasons ਦੱਸਣ ਲਈ, because, the reason why, owing to, cause, due to, leads to, since, so, as, because, ठीक है, while भी अच्छा आ जाएगा, ठीक है, सॉरी since भी ਇਹਦੇ ਚ ਆਏ, since ਜ਼ਿਆਦਾ यूज़ ਕਰਦੇ हैं। ਫੋਟੋ ਮਿਲ ਜੂਗੀ ਸਰ ਇਹਨਾਂ ਦੀ? ਇਹ ਸਾਰੀ ਵੀਡੀਓ ਹੋਏਗੀ ਤੁਹਾਡੇ ਕੋਲ ਸਰ, ਮੈਂ ਇਹਦੀ PDF ਸੈਂਡ ਕਰੂੰਗਾ ਤੁਹਾਨੂੰ।
ਕਰ ਦਿਓ ਸਰ, ਬਹੁਤ ਜ਼ਿਆਦਾ ਜ਼ਰੂਰੀ ਹੈ ਸਰ ਆਪਣੇ ਲਈ। ਡੈਫੀਨੇਟਲੀ ਕਰੂੰਗਾ। ਓਕੇ, ਅਤੇ ਜਦੋਂ ਆਪਾਂ ਓਪੀਨੀਅਨ ਦੇਣਾ ਹੈ ਤਾਂ ਆਪਾਂ ਯੂਜ਼ ਕਰਦੇ ਹਾਂ ਇਨ ਮਾਈ ਓਪੀਨੀਅਨ, ਆਈ ਥਿੰਕ, ਆਈ ਬਿਲੀਵ, ਆਈ ਐਡਮਿਟ, ਇਨ ਮਾਈ ਵਿਊ, ਆਈ ਐਗਰੀ, ਆਈ ਡਿਸਐਗਰੀ, ਆਈ ਕੈਨ ਨਾਟ ਅਸੈਪਟ। ਸੋ ਇਹ ਟਰਮਸ ਜਿਹੜੀਆਂ ਆਪਾਂ ਇਹਦੇ ਨਾਲ ਆਪਾਂ ਓਪੀਨੀਅਨ ਦੇ ਸਕਦੇ ਹਾਂ। ਰੈਫਰੈਂਸਿੰਗ ਕੀ ਹੁੰਦਾ ਹੈ? ਰੈਫਰੈਂਸਿੰਗ ਹੁੰਦਾ ਹੈ ਜਿੱਦਾਂ ਕਿ ਆਪਾਂ ਆਲਰੇਡੀ ਪਹਿਲਾਂ ਕੋਈ ਚੀਜ਼ ਮੈਂਸ਼ਨ ਕੀਤੀ ਹੋਈ ਹੈ ਤਾਂ ਆਪਾਂ ਉਹਨੂੰ ਦੁਬਾਰਾ ਜਦੋਂ ਰੈਫਰ ਕਰਦੇ ਹਾਂ ਤਾਂ ਆਪਾਂ ਬਾਰ-ਬਾਰ ਉਹ ਚੀਜ਼ ਨਹੀਂ ਲਿਖਣੀ, ਇਹਦੀ ਜਗ੍ਹਾ ਲਿਖ ਦਾਂਗੇ ਦਿਸ ਸੋਲਿਊਸ਼ਨ, ਦੀਜ਼ ਫੈਕਟਰਸ, ਦੋਜ਼ ਸਟੈਪਸ, ਦੈਟ ਪ੍ਰੋਬਲਮ, ਦੈਟ ਇਸ਼ੂ ਜਾਂ ਦਾ ਇਸ਼ੂ। ਇਹਨੂੰ ਆਪਾਂ ਰੈਫਰੈਂਸਿੰਗ ਕਹਿੰਦੇ ਹਾਂ, ਜੋ ਕਿ ਆਪਾਂ ਦੇਖਾਂਗੇ ਹੁਣੇ। ਹੁਣ ਜੇ ਆਪਾਂ ਇਹ 'ਚ ਦੇਖੀਏ ਪੈਰਾਗ੍ਰਾਫਿੰਗ, ਆਪਾਂ ਜਿਸ ਚੀਜ਼ ਨਾਲ ਐਗਰੀ ਕਰ ਗਏ ਉਹਨੂੰ ਅਲੱਗ ਲਿਖਤਾ, ਜਿਹਨੂੰ ਆਪਾਂ ਡਿਸਐਗਰੀ ਕਰਦੇ ਹਾਂ ਉਹਨੂੰ ਆਪਾਂ ਅਲੱਗ ਲਿਖਤਾ। ਸੋ ਇਹ ਹੋ ਗਈ ਸਾਡੀ ਪੈਰਾਗ੍ਰਾਫਿੰਗ। ਹੁਣ ਦੂਸਰੀ ਪਾਰਟ ਜਿਹੜੀਆਂ ਚੀਜ਼ਾਂ ਮੈਂ ਹਾਈਲਾਈਟ ਕੀਤੀਆਂ, ਜੇ ਤੁਸੀਂ ਧਿਆਨ ਨਾਲ ਦੇਖੋਗੇ, ਇਟ ਇਜ਼ ਆਰਗਿਊਡ ਦੈਟ, ਇਟ ਇਜ਼ ਬਿਲੀਵਡ ਦੈਟ, ਜਾਂ ਇਟ ਇਜ਼ ਸੁਜੈਸਟਡ ਦੈਟ, ਇਟ ਇਜ਼ ਕੰਸੀਡਰਡ ਦੈਟ, ਤੋਂ ਆਪਾਂ ਸਟਾਰਟ ਕੀਤਾ, ਠੀਕ ਹੈ। ਫਿਰ ਜਿੰਨਾ ਆਪਾਂ ਐਗਰੀ ਕਰ ਗਏ, ਆਈ ਐਗਰੀ ਦੈਟ ਜਾਂ ਇਟ ਇਜ਼ ਟਰੂ ਦੈਟ, ਠੀਕ ਹੈ, ਬਟ ਆਈ ਥਿੰਕ ਦੈਟ, ਇੱਥੇ ਆਪਾਂ ਕਹਿ ਰਹੇ ਹਾਂ ਕਿ ਨਹੀਂ, ਇਸ ਚੀਜ਼ ਨਾਲ ਆਪਾਂ ਨਹੀਂ ਐਗਰੀ ਕਰ ਰਹੇ ਜਾਂ ਇਸ ਚੀਜ਼ ਠੀਕ ਨਹੀਂ ਹੈ। ਉਸ ਤੋਂ ਬਾਅਦ ਦਾ ਮੇਨ ਪ੍ਰੋਬਲਮ ਇਜ਼ ਦੈਟ, ਠੀਕ ਹੈ, ਇਜ਼ ਸਮਥਿੰਗ, ਠੀਕ ਹੈ। ਉਸ ਤੋਂ ਬਾਅਦ ਫॉर ਇੰਸਟੈਂਸ ਦਾ ਕੌਨਸੀਕੁਐਂਸ, ਆਪਾਂ ਰਿਜ਼ਲਟ ਦੱਸ ਰਹੇ ਹਾਂ ਆਫ ਦਿਸ, ਅਪੈਰੈਂਟਲੀ ਜਾਂ ਫਾਈਨਲੀ ਜਾਂ ਇਵੈਂਚੁਅਲੀ, ਠੀਕ ਹੈ, ਜਾਂ ਕਲੀਅਰਲੀ ਹਿਊਮਨ ਲਾਈਫ ਇੱਦਾਂ ਹੋ ਜਾਏਗਾ। ਸੋ ਹਾਊਐਵਰ ਆਈ ਵੁੱਡ ਸੇ ਦੈਟ ਫॉर ਐਗਜ਼ਾਮਪਲ ਜਾਂ ਟੂ ਸਾਈਟ ਐਨ ਐਗਜ਼ਾਮਪਲ, ਬਾय ਕॉन्ट्रास्ट ਸਚ ਐਕਸ਼ਨਸ, ਠੀਕ ਹੈ। ਸਚ ਐਕਸ਼ਨਸ ਮਤਲਬ ਉੱਪਰ ਮੈਂ ਕੁਛ ਦੱਸਿਆ, ਇਹਨੂੰ ਰੈਫਰੈਂਸਿੰਗ ਕਹਿੰਦੇ, ਠੀਕ ਹੈ। ਆ ਕਨੈਕਟਰਸ ਹੈ, ਸਚ ਐਜ਼, ਹਾਊਐਵਰ, ਠੀਕ ਹੈ। ਆ ਦਾ ਕੌਨਸੀਕੁਐਂਸ ਆਫ ਦਿਸ, ਆ ਕੀ ਹੈ? ਰੈਫਰੈਂਸਿੰਗ ਹੈ, ਕਿਉਂਕਿ ਉੱਪਰ ਮੈਂ ਕੋਈ ਗੱਲ ਕੀਤੀ ਹੋਏਗੀ ਇਸ ਕਰਕੇ। ਆ ਕਨੈਕਟਰ ਦਾ ਮੇਨ ਪ੍ਰੋਬਲਮ ਇਜ਼ ਫॉर ਇੰਸਟੈਂਸ। ਇਹ ਸਰ ਕਿਹਦਾ ਹੋਇਆ ਵੀ ਮਤਲਬ ਟੂ ਕੰਟਰਾਸਟ ਕਰਨ ਲਈ? ਕਿਹੜਾ? ਦੀ ਮੇਨ ਪ੍ਰੋਬਲਮ ਇਜ਼ ਕੰਟਰਾਸਟ ਕਰਨ ਲਈ ਉਹਦੇ ਨਾਲ, ਮਤਲਬ ਕਿ ਨਹੀਂ, ਕੰਟਰਾਸਟ ਨਹੀਂ ਕਰਨਾ। ਦ ਮੇਨ ਪ੍ਰੋਬਲਮ ਇਜ਼ ਮਤਲਬ ਜੋ ਆਪਾਂ ਦੱਸ ਰਹੇ ਹਾਂ ਕਿ ਇਹ ਚੀਜ਼ ਬੜੀ ਔਖੀ ਹੈ ਅਤੇ ਉਹ 'ਚ ਮੇਨ ਪ੍ਰੋਬਲਮ ਕੀ ਹੈ, ਆਹ ਹੈ। ਸੋ ਮੈਂ ਉਹਦੀ ਐਕਸਪਲੇਨੇਸ਼ਨ ਹੈ, ਕੰਟਰਾਸਟ ਨਹੀਂ ਹੈ ਇਹ। ਜਦੋਂ ਆਪਾਂ ਕਹੀਏ ਕਿ ਇਹਦੇ ਕਰਕੇ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ, ਪਹਿਲੀ ਪ੍ਰੋਬਲਮਸ ਆਹ ਹੈ, ਉਹ ਕੰਟਰਾਸਟ ਨਹੀਂ ਹੈ, ਮਤਲਬ ਉਹਨੂੰ ਆਪਾਂ ਐਕਸਪਲੇਨ ਕਰ ਰਹੇ ਹਾਂ, ਦਿਸ ਇਜ਼ ਐਕਸਪਲੇਨੇਸ਼ਨ। ਆਪਾਂ ਇੱਦਾਂ ਕਿਉਂ ਕਹਿ ਰਹੇ ਹਾਂ? ਆਪਾਂ ਇਹ ਕਹਿ ਰਹੇ ਨਾ ਕਿ ਲਾਈਫ ਸੌਖੀ ਨਹੀਂ ਹੈਗੀ, ਇੰਨੀ ਸੌਖੀ ਨਹੀਂ ਹੈਗੀ ਜਿੰਨੀ ਪਾਸਟ ਸੀ, ਉਹ ਰੀਜ਼ਨ ਦੱਸ ਰਹੇ ਕਿ ਕਿਉਂ ਆਪਾਂ ਇੱਦਾਂ ਕਹਿ ਰਹੇ ਹਾਂ। ਪਹਿਲੀ ਰੀਜ਼ਨ ਆਹ ਹੈ, ਇੱਥੇ ਪ੍ਰੋਬਲਮ ਦੀ ਜਗ੍ਹਾ ਰੀਜ਼ਨ ਵੀ ਕਹਿ ਸਕਦਾ, ਦਾ ਮੇਨ ਰੀਜ਼ਨ ਇਜ਼ ਦੈਟ, ਠੀਕ ਹੈ। ਆਪਾਂ ਇਹ ਦੱਸਣਾ ਨਾ ਇਹਦਾ ਕਿਉਂ ਹੈ। ਸੋ ਇਨ ਕਨਕਲੂਜਨ ਆਲਦੋ, ਸੋ ਇਹ ਜਿਹੜੇ ਵਰਡਸ ਹੈ ਇਹ ਆਪਾਂ ਨੂੰ ਹੈਲਪ ਕਰਦੇ ਹੈ ਕਿ ਇਹ ਜਿਹੜਾ ਐਸੇ ਹੈ ਇਹ ਇੱਕ ਫਲੋ ਦੇ ਵਿੱਚ ਪੜ੍ਹਿਆ ਜਾਏ ਅਤੇ ਇੱਥੇ ਕਿਤੇ ਵੀ ਰੀਡਰ ਦੀ ਕਿਤੇ ਵੀ ਅਟੈਂਸ਼ਨ ਰੁਕੇ ਨਾ, ਜਾਂ ਉਹਨੂੰ ਇੱਦਾਂ ਨਾ ਲੱਗੇ ਇੱਥੇ ਕੋਈ ਚੀਜ਼ ਐਬਜ਼ਰਡ ਹੈ। ਸੋ ਇਹਨੂੰ ਆਪਾਂ ਕਹਿੰਦੇ ਹਾਂ ਲਿੰਕਿੰਗ, ਠੀਕ ਹੈ। ਆਪਾਂ ਹੋਰ ਬਹੁਤ ਸਾਰੇ, ਤੁਸੀਂ ਇੱਥੇ ਵੀ ਐਸੈਸ ਕਰੋਗੇ, ਮੈਂ ਇੱਥੇ ਲਿਖ ਕੇ ਦਿਖਾਊਂਗਾ ਅਤੇ ਮੈਂ ਤੁਹਾਨੂੰ ਦੱਸੂੰਗਾ ਕਿ ਐਕਚੁਅਲੀ ਇਹ ਲਿੰਕਿੰਗ ਵਰਡਸ ਹੈ ਜਿਹੜੇ ਸਾਨੂੰ ਹੈਲਪ ਕਰਦੇ ਕਿ ਇੱਕ ਫਲੋ ਦੇ ਵਿੱਚ ਪੂਰਾ ਐਸੇ ਨਿਕਲੇ। ਥਰਡ ਪਾਰਟ ਜਿਹੜਾ ਹੁੰਦਾ ਹੈ ਜਿਹਦੇ ਸਾਨੂੰ ਮਾਰਕਸ ਮਿਲਦੇ ਹੈ, ਦੇਖੋ ਇਹ ਚਾਰਾਂ ਦੇ ਸਾਨੂੰ 25% ਮਾਰਕਸ ਹੁੰਦੇ। ਥਰਡ ਲੈਕਸੀਕਲ ਰਿਸੋਰਸਿਸ ਹੁੰਦਾ ਹੈ ਵੋਕੈਬਲਰੀ। ਸੋ 9 ਬੈਂਡ ਦੇ ਲਈ ਉਹ ਕਹਿੰਦੇ ਆ ਯੂਜ਼ ਅ ਵਾਈਡ ਰੇਂਜ ਆਫ ਵੋਕੈਬਲਰੀ ਵਿਦ ਵੈਰੀ ਨੈਚੁਰਲ ਐਂਡ ਸੋਫਿਸਟੀਕੇਟਿਡ ਕੰਟਰੋਲ ਆਫ ਲੈਕਸੀਕਲ ਫੀਚਰਸ। ਹੁਣ ਵਾਈਡ ਰੇਂਜ ਆਫ ਵੋਕੈਬਲਰੀ ਕੀ ਹੈ? ਦੇਖੋ ਜਦੋਂ ਕੋਈ ਵੀ ਚੀਜ਼ ਤੁਸੀਂ ਲਿਖਦੇ ਹੋ, ਤੁਹਾਡੇ ਕੋਲ ਕਿੰਨੇ ਕੁ ਵਰਡਸ ਹੈ ਉਹ ਆਪਣੇ ਆਪ ਦੇ ਆਪਣੇ ਵਿਚਾਰਾਂ ਨੂੰ ਐਕਸਪ੍ਰੈਸ ਕਰਨ ਦੇ ਲਈ, ਉਹ ਵਰਡਸ ਨੂੰ ਦੇਖ ਕੇ ਆਪਾਂ ਜੱਜ ਕਰ ਸਕਦੇ ਹਾਂ ਕਿ ਤੁਹਾਡੇ ਕੋਲ ਕਿੰਨੀ ਵਾਈਡ ਰੇਂਜ ਹੈ ਵੋਕੈਬਲਰੀ ਦੀ। ਮਤਲਬ ਤੁਸੀਂ ਆਪਣੇ ਆਪ ਨੂੰ ਕਿੰਨੇ ਕੁ ਡਿਫਰੈਂਟ ਵੇ ਦੇ ਨਾਲ ਐਕਸਪ੍ਰੈਸ ਕਰ ਸਕਦੇ ਹੋ, ਕਿੰਨੇ ਤੁਹਾਡੇ ਕੋਲ ਸ਼ਬਦਾਂ ਦੀ ਟੋਟਲ ਤੁਸੀਂ ਕਿੰਨੇ ਸ਼ਬਦ ਯੂਜ਼ ਕੀਤੇ ਆ, ਤੁਹਾਡੇ ਕੋਲ ਕਿੰਨੇ ਵਰਡਸ ਹੈਗੇ ਜਿਹੜੇ ਤੁਹਾਨੂੰ ਯਾਦ ਹੈ ਜਾਂ ਤੁਹਾਨੂੰ ਪਤਾ ਹੈ। ਸੋਫਿਸਟੀਕੇਟਿਡ ਮਤਲਬ ਐਡਵਾਂਸ ਕੰਟਰੋਲ ਤੁਹਾਡੇ ਕੋਲ ਹੈਗਾ, ਮਤਲਬ ਤੁਹਾਨੂੰ ਇਹ ਪਤਾ ਹੈ ਕਿ ਕਿਹੜੇ ਵਰਡ ਨੂੰ ਕਿੱਥੇ ਯੂਜ਼ ਕੀਤਾ ਜਾਂਦਾ ਹੈ। ਇਹ ਬੜਾ ਇੰਪੋਰਟੈਂਟ ਹੈ। ਆਪਾਂ ਕੋਈ ਵੀ ਵਰਡ ਯੂਜ਼ ਕਰ ਲਿਆ ਬਟ ਉਹਦਾ ਮੀਨਿੰਗ ਉੱਥੇ ਫਿੱਟ ਨਹੀਂ ਬੈਠਦਾ, ਤੁਹਾਡੇ ਮਾਰਕਸ ਘੱਟ ਜਾਣੇ ਆ। ਇਟ ਇਜ਼ ਟਰੂ ਕਿ ਸਾਨੂੰ ਅਨਕੋਮਨ ਲੈਕਸੀਕਲ ਆਈਟਮਸ ਯੂਜ਼ ਕਰਨ ਲਈ ਕਿਹਾ ਜਾਂਦਾ ਹੈ, ਜਿਹੜਾ ਬੈਟਰ ਵਰਡ ਚੋਇਸ ਹੈ, ਠੀਕ ਹੈ। ਜਿਵੇਂ ਰਿਡਿਊਸ ਦੀ ਜਗ੍ਹਾ ਆਪਾਂ ਐਲੀਵੀਏਟ ਵਰਡ ਯੂਜ਼ ਕਰਦੇ ਹਾਂ, ਜਾਂ ਇਸ ਤਰ੍ਹਾਂ ਦੇ ਵਰਡਸ ਹੈ ਜਿਹੜੇ ਸਾਨੂੰ ਹੈਲਪ ਕਰਦੇ ਹੈ ਕਿ ਆਪਾਂ ਉਹ ਵਰਡ ਯੂਜ਼ ਕਰੀਏ ਜਿਹੜੇ ਘੱਟ ਹੋਣ, ਬਟ ਉਹਨਾਂ ਦਾ ਮੀਨਿੰਗ ਹੈ ਜਿਹੜਾ ਉਹ ਪ੍ਰੀਸਾਈਜ਼ ਹੋਣਾ ਚਾਹੀਦਾ ਹੈ। ਸੋ ਆਪਾਂ ਇੱਦਾਂ ਦਾ ਵਰਡ ਯੂਜ਼ ਕਰੀਏ ਜਿਹੜਾ ਕਿ ਸਾਨੂੰ ਪਤਾ ਹੀ ਨਹੀਂ ਹੈ ਉੱਥੇ ਫਿੱਟ ਬੈਠਦਾ ਕਿ ਨਹੀਂ ਬੈਠਦਾ, ਆਪਾਂ ਇੱਦਾਂ ਨਹੀਂ ਕਰਨਾ। ਸੋ ਆਪਾਂ ਕੋਸ਼ਿਸ਼ ਕਰਨੇ ਆ ਕਿ ਬੈਟਰ ਵਰਡਸ ਸਿੱਖੀਏ, ਬਟ ਉਹਨੂੰ
ਸਹੀ ਤਰ੍ਹਾਂ ਇਸਤੇਮਾਲ ਕਿੱਦਾਂ ਕਰਨਾ ਹੈ ਉਹ ਵੀ ਨਾਲ ਸਾਨੂੰ ਪਤਾ ਹੋਣਾ ਚਾਹੀਦਾ। ਨਹੀਂ ਤਾਂ ਐਕਚੁਅਲੀ ਆਪਸ਼ਨ ਪਹਿਲੀ ਆਪਸ਼ਨ ਬੈਟਰ ਹੈ ਕਿ ਤੁਹਾਨੂੰ ਜਿਹੜੇ ਸ਼ਬਦ ਆਉਂਦੇ ਹੈ ਤੁਸੀਂ ਜਿਨ੍ਹਾਂ ਦੀ ਵਰਡਸ ਦੇ ਉੱਤੇ ਤੁਹਾਡੀ ਪ੍ਰੋਪਰ ਕਮਾਂਡ ਹੈ ਉਹਨੂੰ ਪਹਿਲਾਂ ਯੂਜ਼ ਕਰੋ। ਠੀਕ ਹੈ, ਇੱਕ ਪਾਰਟ ਜੋ ਤੁਹਾਨੂੰ ਹਾਈਲੀ ਹੈਲਪ ਕਰੇਗਾ ਬੈਟਰ ਮਾਰਕਸ ਰਿਸੀਵ ਕਰਨ ਦੇ ਲਈ ਉਹ ਹੈ ਕੋਲੋਕੇਸ਼ਨਸ। ਹੁਣੇ ਆਪਾਂ ਦੇਖਣਾ ਕੋਲੋਕੇਸ਼ਨਸ ਕੀ ਹੁੰਦਾ ਹੈ। ਕੋਲੋਕੇਸ਼ਨਸ ਹੁੰਦਾ ਹੈ ਪੇਅਰਸ ਆਫ ਵਰਡਸ ਯੂਜ਼ਲੀ ਕਮ ਟੂਗੇਦਰ, ਜਿਹੜੇ ਕਿ ਇਕੱਠੇ ਯੂਜ਼ ਕੀਤੇ ਜਾਂਦੇ ਹੈ। ਹੁਣ ਪ੍ਰੀਸਾਈਜ਼ ਮੀਨਿੰਗ ਹੋਣਾ ਚਾਹੀਦਾ ਹੈ, ਅਨਕਾਮਨ ਵਰਡਸ ਹੋਣੇ ਚਾਹੀਦੇ ਆ, ਬਟ ਇਹਦਾ ਸੋਫਿਸਟੀਕੇਟਡ ਕੰਟਰੋਲ ਹੋਣਾ ਚਾਹੀਦਾ ਹੈ। ਮਤਲਬ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਕਿੱਦਾਂ ਇਸਤੇਮਾਲ ਕੀਤੇ ਜਾਂਦੇ ਹੈ। ਘੱਟ ਗਲਤੀਆਂ ਹੋਣੀਆਂ ਚਾਹੀਦੀਆਂ। ਠੀਕ ਹੈ, ਗਲਤੀਆਂ ਵੀ ਐਕਸੈਪਟੇਬਲ ਹੁੰਦੀਆਂ 9 ਬੈਂਡ ਦੇ ਵਿੱਚ। ਬਾਇਸ ਸਲਿੱਪ ਹੋ ਗਈਆਂ ਮਤਲਬ, ਬਟ ਰੀਡਰ ਨੂੰ ਪਤਾ ਲੱਗ ਜਾਏਗਾ ਕਿ ਇਹ ਡੈਲੀਬਰੇਟ ਕੋਈ ਗਲਤੀ ਨਹੀਂ ਸੀ, ਇਹ ਅਚਾਨਕ ਹੋ ਗਈ ਹੈ। ਮਤਲਬ ਇੱਦਾਂ ਨਹੀਂ ਕਿ ਉਹ ਪਰਸਨ ਨੂੰ ਪਤਾ ਨਹੀਂ ਹੈ। ਕੋਲੋਕੇਸ਼ਨਸ ਕੀ ਹੁੰਦਾ ਹੈ? ਕੁਛ ਐਗਜ਼ਾਮਪਲਸ ਹੈ ਕੋਲੋਕੇਸ਼ਨਸ। ਇਹ ਪੇਅਰਸ ਆਫ ਵਰਡਸ ਹੁੰਦੇ ਜਿਹੜੇ ਕਿ ਯੂਜ਼ਲੀ ਇਕੱਠੇ ਆਉਂਦੇ ਆ। ਜਿਵੇਂ ਕਿ ਜੇ ਆਪਾਂ ਗੱਲ ਕਰੀਏ ਡੀਪਲੀ ਅਫੈਕਟਡ, ਡੀਪਲੀ ਕਮਿਟਡ। ਸੋ ਆਹ ਜਿਹੜਾ ਵਰਡ ਹੈ ਡੀਪਲੀ, ਇਹ ਸਾਨੂੰ ਹੈਲਪ ਕਰਦਾ ਹੈ ਕਿ ਆਪਾਂ ਕਿਸੇ ਪੋਰਸ਼ਨ ਨੂੰ ਦੇ ਉੱਤੇ ਥੋੜ੍ਹਾ ਜ਼ਿਆਦਾ ਫੋਕਸ ਕਰ ਪਾਈਏ। ਡੀਪਲੀ ਹਰਟ, ਕੰਸਰਨਡ, ਮੂਵਡ, ਅਫੈਂਡਡ, ਰਿਲੀਜੀਅਸ, ਸ਼ੌਕਡ। ਇਸੇ ਤਰ੍ਹਾਂ ਜਦੋਂ ਆਪਾਂ ਵਰਡ ਯੂਜ਼ ਕਰੀਏ ਹਾਈਲੀ ਕੰਟਰੋਵਰਸ਼ੀਅਲ, ਹਾਈਲੀ ਸਕਸੈਸਫੁਲ, ਹਾਈਲੀ ਇਫੈਕਟਿਵ, ਹਾਈਲੀ ਪ੍ਰੋਫਿਟੇਬਲ, ਹਾਈਲੀ ਰਿਕਮੈਂਡਡ, ਹਾਈਲੀ ਅਨਲਾਈਕਲੀ, ਹਾਈਲੀ ਅਨਯੂਜ਼ੁਅਲ, ਹਾਈਲੀ ਰਿਵਾਰਡਿੰਗ, ਕੰਪਲੀਟਲੀ ਡਿਸਐਗਰੀ, ਕੰਪਲੀਟਲੀ ਐਗਰੀ, ਕੰਪਲੀਟਲੀ ਡਿਫਰੈਂਟ, ਕੰਪਲੀਟਲੀ ਸਟਰੋਂਗ, ਕੰਪਲੀਟਲੀ ਸੈਟਿਸਫਾਈਡ। ਠੀਕ ਹੈ, ਇਹਦੇ ਲਈ ਜਗ੍ਹਾ ਅਟਰਲੀ ਵੀ ਲਿਖ ਸਕਦੇ ਹਾਂ ਤੁਸੀਂ। ਰੈਡਲੀ ਅਵੇਲੇਬਲ, ਰੈਡਲੀ ਹੁੰਦਾ ਉਸੇ ਸਮੇਂ ਅਵੇਲੇਬਲ ਹੋਵੇ। ਇਮੀਡੀਏਟਲੀ ਹੁੰਦਾ ਰੈਡਲੀ, ਇਮੀਡੀਏਟਲੀ ਵਰਡ ਵੀ ਯੂਜ਼ ਕਰ ਸਕਦੇ ਹੋ। ਰੀਜ਼ਨੇਬਲੀ ਹੈਪੀ, ਰੀਜ਼ਨੇਬਲੀ ਪ੍ਰਾਈਜ਼ਡ, ਰੀਜ਼ਨੇਬਲੀ ਹੁੰਦਾ ਜਿਹੜਾ ਮਤਲਬ ਠੀਕ ਠਾਕ ਹੋਵੇ। ਸਟਰੋਂਗਲੀ ਸੁਜੈਸਟਡ ਜਾਂ ਸੁਜੈਸਟ, ਸਟਰੋਂਗਲੀ ਓਬਜੈਕਟਡ, ਸਟਰੋਂਗਲੀ ਬਿਲੀਵਡ, ਸਟਰੋਂਗਲੀ ਡਿਨਾਈਡ ਜਾਂ ਡਿਨਾਈ, ਸਟਰੋਂਗਲੀ ਕੰਡੈਮਨਡ ਜਾਂ ਕੰਡੈਮ, ਸਟਰੋਂਗਲੀ ਆਰਗਿਊਡ, ਸਟਰੋਂਗਲੀ ਸਪੋਰਟਡ, ਸਟਰੋਂਗਲੀ ਅਪੋਜ਼ਡ। ਇਸ ਤੋਂ ਇਲਾਵਾ ਜਨਰਲੀ, GENERALLY, ਜਨਰਲੀ ਵਰਡ ਜਿਹੜਾ ਹੈ ਇਹ ਵੀ ਆਪਾਂ ਕਾਫੀ ਵਾਰ ਯੂਜ਼ ਕਰ ਸਕਦੇ ਹਾਂ। ਸੋ ਇਹ ਐਕਚੁਅਲੀ ਜਿਹੜੇ ਵਰਡਸ ਹੁੰਦੇ ਆ ਨਾ, ਇਹ ਕੋਲੋਕੇਸ਼ਨਸ ਦਾ ਪਾਰਟ ਹੈ, ਅਤੇ ਜਿੰਨਾ ਤੁਸੀਂ ਇਹਨੂੰ ਯੂਜ਼ ਕਰੋਗੇ ਨਾ ਉਨਾ ਹੀ ਤੁਹਾਡੇ ਮਾਰਕਸ ਵਧੂਗੇ। ਇਹ ਸਿਰਫ ਅਤੇ ਸਿਰਫ ਰਾਈਟਿੰਗ 'ਚ ਇਫੈਕਟ ਨਹੀਂ ਕਰਦੇ, ਤੁਹਾਡੀ ਰਾਈਟਿੰਗ ਨੂੰ ਇਫੈਕਟ ਨਹੀਂ ਕਰਦੇ ਕੋਲੋਕੇਸ਼ਨਸ, ਇਹ ਤੁਹਾਡੀ ਸਪੀਕਿੰਗ ਨੂੰ ਵੀ ਬਹੁਤ ਜ਼ਿਆਦਾ ਇੰਪਰੂਵ ਕਰ ਦਿੰਦੇ ਜੇ ਤੁਸੀਂ ਯੂਜ਼ ਕਰਦੇ ਹੋ ਤਾਂ। ਐਗਜ਼ਾਮਪਲ ਦੇ ਤੌਰ 'ਤੇ ਦੇਖਦੇ ਹਾਂ, ਅੱਜ ਜੋ ਸਾਰੇ ਵਰਡਸ ਆਪਾਂ ਯੂਜ਼ ਕੀਤੇ ਹੈ ਜਿਹੜੇ ਮੈਂ ਇੱਥੇ ਮਾਰਕ ਕੀਤੇ ਹੈ, ਠੀਕ ਹੈ, ਹਾਲਾਂਕਿ ਇਹਦੇ ਵਿੱਚ ਵੋਕੈਬਲਰੀ ਵਰਡਸ ਮੈਂ ਸੈਪਰੇਟਲੀ ਮਾਰਕ ਨਹੀਂ ਕੀਤੇ, ਜਿੱਦਾਂ ਹਾਰਨੈਸਟ ਵਰਡ ਆਪਾਂ ਯੂਜ਼ ਕੀਤਾ, ਠੀਕ ਹੈ, ਜਾਂ ਹੋਰ ਇਹਦੇ ਵਿੱਚ ਵਰਡਸ ਹੈ ought to, ਠੀਕ ਹੈ, ਐਸਲਰੇਟਸ, ਇਹ ਵੋਕੈਬਲਰੀ ਵਰਡ ਹੈ। ਇਨਕਰੀਜ਼ ਦੀ ਜਗ੍ਹਾ ਆਪਾਂ ਵਰਡ ਯੂਜ਼ ਕਰ ਲਿਆ ਐਸਲਰੇਟਸ, ਠੀਕ ਹੈ। ਬੈਟਰ ਚੋਇਸ ਵਰਡਸ ਹੈ ਇਹ। ਇਨਹੈਬਿਲਿਟੇਬਲ, ਇਹ ਮੈਂ ਵੋਕੈਬਲਰੀ ਦੇ ਵਰਡਸ ਮਾਰਕ ਕਰ ਰਿਹਾ, ਮਤਲਬ ਜਿਹੜੇ ਕਿ ਬੈਟਰ ਵਰਡ ਚੋਇਸ ਹੈ ਕੰਪੈਰੇਟਿਵਲੀ। ਹੋਰ ਵਰਡਸ ਦੇਖ ਲੈਂਦੇ ਹਾਂ। ਇੰਪੇਅਰਸ, ਡੈਮੇਜ ਹੁੰਦਾ ਇਹਦਾ ਮਤਲਬ, ਸੋ ਮੈਂ ਡੈਮੇਜ ਨਹੀਂ ਲਿਖਿਆ, ਮੈਂ ਇੰਪੇਅਰਸ ਵਰਡ ਲਿਖਿਆ, ਮਤਲਬ ਜਾਂ ਬੈਟਰ ਚੋਇਸ ਆਪਾਂ ਵਰਡ ਨੂੰ ਯੂਜ਼ ਕੀਤਾ। ਗ੍ਰੇਵ, ਸੀਰੀਅਸ ਹੁੰਦਾ। ਸ਼ਰੰਕ, ਘਟ ਜਾਣਾ। ਟ੍ਰੋਪੀਕਲ ਕੰਟਰੀਜ਼, ਟ੍ਰੋਪੀਕਲ ਵਰਡ। ਕ੍ਰੀਏਚਰਸ। ਸਰ ਟ੍ਰੋਪੀਕਲ ਦਾ ਕੀ ਮਤਲਬ ਹੋਇਆ ਸਰ? ਟ੍ਰੋਪੀਕਲ ਹੁੰਦਾ ਜਿਹੜਾ ਇਕੁਏਟਰ ਦੇ ਕੋਲ ਹੁੰਦੀਆਂ ਕੰਟਰੀਜ਼। ਜੇ ਮੈਂ ਇੱਦਾਂ ਅਰਥ ਬਣਾਵਾਂ ਤਾਂ ਆਹ ਇਕੁਏਟਰ ਹੁੰਦਾ। ਜਿਹੜਾ ਉੱਪਰ ਨਾਰਥ ਪੋਲ ਹੁੰਦਾ ਬੜਾ ਠੰਡਾ ਹੁੰਦਾ, ਬਰਫੀਲਾ ਜ਼ੋਨ ਹੁੰਦਾ। ਨੀਚੇ ਸਾਊਥ ਪੋਲ ਹੁੰਦਾ ਵੀ ਬੜਾ ਹੀ ਠੰਡਾ ਹੁੰਦਾ। ਅਤੇ ਆਹ ਜਿਹੜਾ ਹੁੰਦਾ ਇਹ ਟੈਂਪਰੇਟ ਜ਼ੋਨ ਹੁੰਦੇ ਹੈ। ਇਹ ਗੱਬੇ ਜਿਹੇ ਹੁੰਦੇ ਹੈ, ਨਾ ਇਹ ਠੰਡੇ ਹੁੰਦੇ ਜ਼ਿਆਦਾ ਅਤੇ ਨਾ ਹੀ ਗਰਮ ਹੁੰਦੇ ਆ। ਜਿੱਦਾਂ ਯੂਰਪ ਜਿਹੜਾ ਇਹ ਸਾਰਾ ਟੈਂਪਰੇਟ ਜ਼ੋਨ 'ਚ ਆਉਂਦਾ। ਇੱਥੇ ਐਟਮੋਸਫੇਅਰ ਬਹੁਤ ਹੀ ਸੋਹਣਾ ਹੁੰਦਾ। ਅਤੇ ਆਹ ਜਿਹੜਾ ਹੁੰਦਾ ਗੱਬੇ ਇਕੁਏਟਰ, ਆਹ ਵਾਲਾ ਜਿਹੜਾ ਹਿੱਸਾ ਇਹਨੂੰ ਟ੍ਰੋਪੀਕਲ ਜ਼ੋਨ ਕਹਿੰਦੇ, ਜਿੱਥੇ ਐਕਚੁਅਲੀ ਬਹੁਤ ਗਰਮੀ ਪੈਂਦੀ ਹੈ, ਠੀਕ ਹੈ। ਹੀਟ ਵੇਵਜ਼ ਹੁੰਦੀਆਂ ਉੱਥੇ, ਠੀਕ ਹੈ, ਇਸ ਤਰ੍ਹਾਂ। ਸੋ ਹੋਰ ਵਰਡਸ ਹੋ ਗਏ ਜਿਵੇਂ ਕਿ ਇਨਵੈਸਟ, ਇਨਕਰੇਜ,
ਹਾਰਨੈਸ ਰਿਡਿਊਸ ਡਿਪੈਂਡੈਂਸ, ਚਲੋ ਸਮਹਾਓ ਜੇ ਆਪਾਂ ਇਹਨਾਂ ਨੂੰ ਵੀ ਕੰਸੀਡਰ ਕਰੀਏ। ਸੋ ਇਹ ਕੁਝ ਵਰਡਸ ਹੈ, ਇਹ ਸਾਨੂੰ ਵੋਕੈਬਲਰੀ ਦੇ ਵਿੱਚ ਵਧੀਆ ਮਾਰਕਸ ਦਊਗੇ। ਇਸ ਤੋਂ ਇਲਾਵਾ ਜਿਹੜੇ ਆ ਵਰਡਸ ਹੈ, ਦੇਖੋ ਜਿੱਦਾਂ ਮੈਂ ਕਿਹਾ ਮੇਨ ਪ੍ਰੋਬਲਮ, ਮੇਨ ਦੀ ਜਗ੍ਹਾ ਤੁਸੀਂ ਪ੍ਰਾਇਮਰੀ ਵਰਡ ਵੀ ਯੂਜ਼ ਕਰ ਸਕਦੇ ਹੋ, ਠੀਕ ਹੈ। ਸੋ ਜਦੋਂ ਆਪਾਂ ਕੋਈ ਪ੍ਰੋਬਲਮ ਦੱਸੀਏ ਤਾਂ ਆਪਾਂ ਮੇਨ ਪ੍ਰੋਬਲਮ, ਪ੍ਰਾਇਮਰੀ ਪ੍ਰੋਬਲਮ, ਸੀਰੀਅਸ ਪ੍ਰੋਬਲਮ, ਇਸ ਤਰ੍ਹਾਂ ਟਰਮਸ ਨੂੰ ਐਕਸਪਲੇਨ ਕਰ ਸਕਦੇ ਹਾਂ, ਠੀਕ ਹੈ। ਰਾਈਜ਼ਿੰਗ ਕੰਜ਼ੰਪਸ਼ਨ, ਮਤਲਬ ਇਹਦਾ ਮਤਲਬ ਹੈ ਵੱਧ ਰਹੀ ਕੰਜ਼ੰਪਸ਼ਨ ਹੈ। frequent heat waves, tropical countries, respiratory disease, environmental projects, favorable conditions, ठीक है, environmentally friendly lifestyle, better solution, little hope, settle down, global malady, ठीक है, malady ਹੁੰਦਾ problem, more livable place, extremely huge, practical measure ਜਾਂ solution, personal vehicles, desirable place, readily available। ਹੁਣੇ ਮੈਂ ਤੁਹਾਨੂੰ ਆਹ ਲੋਕੇਸ਼ਨ ਦੱਸੀ ਸੀ readily available, I think ਸੀਗੀ, ਬਿਲਕੁਲ readily available ਆ ਗਿਆ। ਸੋ ਇਸ ਤਰ੍ਹਾਂ ਡੀਪਲੀ, ਕੰਪਲੀਟਲੀ, ਇਹ ਜਿਹੜੇ ਵਰਡਸ, ਹਾਈਲੀ, ਇਹ ਜਿਹੜੇ ਤੁਸੀਂ ਵਰਡਸ ਯੂਜ਼ ਕਰਦੇ ਹੋ ਨਾ ਜਦੋਂ ਆਪਾਂ ਇਕੱਠੇ, ਕਿਉਂਕਿ ਇਹ ਕਲੋਕੇਸ਼ਨ ਦਾ ਪਾਰਟ ਹੈ। ਸੋ ਕਲੋਕੇਸ਼ਨ ਦੇ ਤੁਹਾਨੂੰ ਸੈਪਰੇਟਲੀ ਮਾਰਕਸ ਦਿੱਤੇ ਜਾਂਦੇ ਹੈ। ਸੋ ਵੋਕੈਬਲਰੀ ਦੇ ਵਿੱਚ ਬੜਾ ਇੰਪੋਰਟੈਂਟ ਹੈ। ਜੇ ਹਾਈ ਵੋਕੈਬਲਰੀ ਜਾਂ ਬੈਟਰ ਚੋਇਸ ਵਰਡਸ ਤੁਸੀਂ ਜੇ ਸਟਰਗਲ ਕਰ ਰਹੇ ਹੋ ਕਿ ਐਗਜ਼ੈਕਟਲੀ ਇਹਦਾ ਮਤਲਬ ਕੀ ਹੈ, ਇੱਥੇ ਕਿੱਦਾਂ ਯੂਜ਼ ਹੋਗਾ, ਤਾਂ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਕਲੋਕੇਸ਼ਨਸ ਨੂੰ। ਮੈਂ ਕਲੋਕੇਸ਼ਨਸ ਤੁਹਾਡੇ ਨਾਲ ਹੋਰ ਵੀ ਸ਼ੇਅਰ ਕਰੂੰਗਾ ਕਾਫੀ ਸਾਰੀਆਂ। ਸੋ ਇਹ ਮੈਂ ਕੁਛ ਐਗਜ਼ਾਮਪਲ ਤੁਹਾਨੂੰ ਦੱਸ ਰਿਹਾ। ਅਤੇ ਤੁਸੀਂ ਨੋਟਿਸ ਕਰੋਗੇ ਜਦੋਂ ਵੀ ਮੈਂ ਐਸੇ ਲਿਖਦਾ ਨਾ ਕੋਈ ਵੀ, ਤਾਂ ਮੈਂ ਹਮੇਸ਼ਾ ਹਾਈਲਾਈਟ ਕਰਦਾ ਕਿ ਨਹੀਂ ਆਪਾਂ, ਜਿਹਦੇ ਵਿੱਚ ਆਪਾਂ ਵੋਕੈਬਲਰੀ ਪਲੱਸ ਕਲੋਕੇਸ਼ਨਸ ਨੂੰ ਹਾਈਲਾਈਟ ਕਰੀਏ। ਇਨਕਲੂਡਿੰਗ ਆਪਾਂ ਹਾਈਲਾਈਟ ਕਰੀਦਾ ਜਿਹੜੇ ਸਾਡੇ ਕਨੈਕਟਰਸ ਹੁੰਦੇ ਆ, ਰੈਫਰੈਂਸਿੰਗ ਹੁੰਦੀ ਹੈ। ਸੋ ਕੋਹੀਜ਼ਨ ਐਂਡ ਕੋਹੇਰੈਂਸ ਮੈਂ ਹਮੇਸ਼ਾ ਹਾਈਲਾਈਟ ਕਰਦਾ ਜਦੋਂ ਵੀ ਆਪਾਂ ਐਸੇ ਲਿਖੀਏ। ਆਪਾਂ ਕਲੋਕੇਸ਼ਨਸ ਅਤੇ ਜਿਹੜੇ ਲੈਕਸੀਕਲ ਰਿਸੋਰਸਿਸ ਆ ਉਹਨੂੰ ਵੀ ਆਪਾਂ ਹਾਈਲਾਈਟ ਕਰਦੇ ਹਾਂ। ਉਸ ਤੋਂ ਇਲਾਵਾ ਸਿਰਫ ਤੁਸੀਂ ਪੈਰਾਗ੍ਰਾਫਿੰਗ ਹੈ, ਟਾਸਕ ਅਚੀਵਮੈਂਟ ਹੈ, ਉਹਨੂੰ ਤੁਸੀਂ ਧਿਆਨ ਦੇਣਾ ਕਿ ਆਪਾਂ ਜੋ ਵੀ ਸਟੈਂਡ ਲਿਆ ਹੈ ਉਹਨੂੰ ਫੁੱਲੀ ਡਿਵੈਲਪ ਵੇ ਦੇ ਨਾਲ ਐਕਸਪ੍ਰੈਸ ਕਰਨਾ, ਵਧੀਆ ਐਗਜ਼ਾਮਪਲ ਅਤੇ ਸਹੀ ਰੀਜ਼ਨਿੰਗ ਹੋਵੇ। ਜਿਹੜਾ ਲਾਸਟ ਵਰਡ ਪਾਰਟ ਹੈ ਉਹ ਹੈ ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ। ਸੋ ਜਿਹੜਾ ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ ਹੈ ਉਹ 'ਚ ਕਿਹਾ ਜਾਂਦਾ ਯੂਜ਼ ਏ ਵਰਾਇਟੀ ਆਫ ਕੰਪਲੈਕਸ ਸੈਂਟੈਂਸਿਸ ਐਂਡ ਸਟਰਕਚਰਸ, ਠੀਕ ਹੈ। ਆਪਾਂ ਵਰਾਇਟੀ ਮਤਲਬ ਕਾਫੀ ਸਾਰੇ ਕੰਪਲੈਕਸ ਸੈਂਟੈਂਸਿਸ, ਸਟਰਕਚਰਸ ਯੂਜ਼ ਕਰਾਂਗੇ ਹਰ ਇੱਕ ਤਰ੍ਹਾਂ ਦੇ। ਸੋ ਯੂਜ਼ ਦੈਮ ਐਕੂਰੇਟਲੀ, ਉਹ ਸਹੀ ਢੰਗ ਨਾਲ ਯੂਜ਼ ਹੋਣੇ ਚਾਹੀਦੇ ਹੈ। ਹੁਣ ਐਗਜ਼ਾਮਪਲ ਦੇਖਦੇ ਹਾਂ ਆਪਾਂ, ਵਿੱਚ ਐਡਜੈਕਟਿਵ ਕਲੌਜ਼ਸ ਜਾਂ ਰਿਲੇਟਿਵ ਕਲੌਜ਼ਸ ਹੈ ਜਿਹੜੇ ਉਹਨੂੰ ਯੂਜ਼ ਕਰਾਂਗੇ, ਠੀਕ ਹੈ। ਜਾਂ ਆਪਾਂ ਫਰਦਰ ਐਡਵਰਬ ਕਲੌਜ਼ਸ ਯੂਜ਼ ਕਰਾਂਗੇ, ਨਾਊਨ ਕਲੌਜ਼ਸ ਯੂਜ਼ ਕਰਾਂਗੇ। ਟੈਂਸਿਸ ਹੈ ਜਿਹੜੇ ਉਹ ਸਹੀ ਇਸਤੇਮਾਲ ਹੋਣੇ ਚਾਹੀਦੇ ਆ, ਮਤਲਬ ਉਹਨਾਂ ਦੇ ਵਿੱਚ ਵਰਬ ਐਗਰੀਮੈਂਟ ਵਗੈਰਾ ਉਹ ਗਲਤ ਨਹੀਂ ਹੋਣਾ ਚਾਹੀਦਾ। ਐਕਟਿਵ ਪੈਸਿਵ ਸੈਂਟੈਂਸਿਸ ਆਪਾਂ ਘੱਟੋ ਘੱਟ 15-20%, 25% ਪੈਸਿਵ ਸੈਂਟੈਂਸਿਸ ਯੂਜ਼ ਕਰਦੇ ਹਾਂ। ਆਰਟੀਕਲਸ ਦੀ ਵਰਤੋਂ ਸਹੀ ਹੋਣੀ ਚਾਹੀਦੀ ਹੈ, ਪ੍ਰੈਪੋਜੀਸ਼ਨਸ ਦੀ ਵਰਤੋਂ ਸਹੀ ਹੋਣੀ ਚਾਹੀਦੀ ਹੈ, ਅਤੇ ਪੰਚੁਏਸ਼ਨ ਸਹੀ ਹੋਣੀ ਚਾਹੀਦੀ ਹੈ। ਪੰਚੁਏਸ਼ਨ ਹੁੰਦਾ ਹੈ ਕਿੱਥੇ ਫੁੱਲ ਸਟਾਪ ਪੈਣਾ, ਕਿੱਥੇ ਨਹੀਂ ਪੈਣਾ, ਕਿੱਥੇ ਕੌਮਾ ਆਉਣਾ, ਕਿੱਥੇ ਨਹੀਂ ਆਉਣਾ, ਕਿੱਥੇ ਸੈਮੀਕੋਲਨ ਆਉਣਾ, ਜਾਂ ਜੋ ਵੀ ਇਸ ਤਰ੍ਹਾਂ ਦੇ ਟਰਮਸ ਹੈ। ਹੁਣ ਐਗਜ਼ਾਮਪਲ ਦੇ ਤੌਰ 'ਤੇ, ਸੋ ਜਿਹੜਾ ਕੁਐਸਚਨ ਹੈ ਜੇ ਇਹਦੇ ਵਿੱਚ ਆਪਾਂ ਚੈੱਕ ਕਰੀਏ, ਆ ਜੋ ਵੀ ਮੈਂ ਹਾਈਲਾਈਟ ਕੀਤਾ ਹੈ ਰੈੱਡ ਕਲਰ ਦੇ ਨਾਲ, ਸੋ ਇਹ ਸਾਰੇ ਆਰਟੀਕਲਸ ਹੈ, ਕਿਤੇ ਏ, ਕਿਤੇ ਦਾ, ਕਿਤੇ ਐਨ। ਸੋ ਜੇ ਆਪਾਂ ਇਹ ਆਰਟੀਕਲਸ ਨੂੰ ਯੂਜ਼ ਨਾ ਕੀਤਾ ਤਾਂ ਸਾਡੇ ਮਾਰਕਸ ਘੱਟ ਜਾਣੇ ਗ੍ਰਾਮਰ ਦੇ ਵਿੱਚ। ਮੈਂ ਕਾਫੀ ਵਾਰ ਤੁਹਾਨੂੰ ਦੱਸਿਆ ਹੈ ਸਪੈਸੀਫਿਕਲੀ ਕਿ ਕਿੱਥੇ ਕਿੱਥੇ ਆਪਾਂ ਨੂੰ ਦ ਆਰਟੀਕਲ ਯੂਜ਼ ਕਰਨਾ ਜਾਂ ਅ ਆਰਟੀਕਲ ਯੂਜ਼ ਕਰਨਾ ਬੜਾ ਜ਼ਰੂਰੀ ਹੈ। ਇਹ ਇੱਕ ਵਾਰ ਮੈਂ ਇੱਕ ਅੱਧੇ ਦਿਨ ਦੇ ਵਿੱਚ ਤੁਹਾਨੂੰ ਸਾਰੀ ਇੱਕ ਲਿਸਟ ਫਿਰ ਦੁਬਾਰਾ ਦੱਸੂਗਾ ਕਿ ਕਿੱਥੇ ਕਿੱਥੇ ਆਪਾਂ ਨੂੰ ਦ ਆਰਟੀਕਲ ਯੂਜ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਦੋਨਾਂ ਦੇ ਵਿੱਚ, ਟਾਸਕ 1 ਦੇ ਵਿੱਚ ਵੀ ਅਤੇ ਟਾਸਕ 2 ਦੇ ਵਿੱਚ ਵੀ, ਕਿਤੇ ਅ ਅਤੇ ਦ, ਠੀਕ ਹੈ। ਟਾਸਕ 1 'ਚ ਵੀ ਮੈਂ ਤੁਹਾਨੂੰ ਦੱਸਿਆ ਹੈ ਕਿੱਥੇ ਅ ਲਿਖਣਾ ਜ਼ਰੂਰੀ ਹੈ, ਜਿੱਦਾਂ ਐਨ ਇਨਕਰੀਜ਼ਿੰਗ ਟ੍ਰੈਂਡ ਵਾਜ਼ ਵਿਟਨੈਸਡ, ਉੱਥੇ ਐਨ ਇਨਕਰੀਜ਼ਿੰਗ ਜਾਂ ਇਹ ਸ਼ਾਰਪ ਡਿਕਰੀਜ਼ ਵਾਜ਼ ਵਿਟਨੈਸਡ। ਸੋ ਇੱਦਾਂ ਦੇ ਪੋਰਸ਼ਨ 'ਤੇ ਉੱਥੇ ਸਾਨੂੰ ਏ ਜਾਂ ਅ ਲਿਖਣਾ ਜ਼ਰੂਰੀ ਹੈ। ਜਿਵੇਂ ਦਾ ਦੱਸਿਆ ਮੈਂ, ਜਦੋਂ ਆਪਾਂ ਯੂਜ਼ ਕਰਦੇ ਹਾਂ ਡਾਇਰੈਕਸ਼ਨਸ, ਨੌਰਥ, ਸਾਊਥ, ਈਸਟ, ਵੈਸਟ, ਜਾਂ ਲੈਫਟ ਰਾਈਟ, ਸੋ ਇਸ ਤਰ੍ਹਾਂ ਹੋ ਗਿਆ। ਜਾਂ ਆਪਾਂ ਜਦੋਂ ਸੇਮ, ਬੋਥ, ਹੋਲ, ਨੈਕਸਟ, ਇਸ ਤਰ੍ਹਾਂ ਦੇ ਵਰਡਸ ਜਿਹੜੇ ਯੂਜ਼ ਕਰਦੇ ਆ ਉਹਨਾਂ ਦੇ ਨਾਲ ਆਪਾਂ ਨੂੰ ਦਾ ਲਿਖਣਾ ਬਹੁਤ ਜ਼ਰੂਰੀ ਹੈ। ਆਫ ਵਾਲੀਆਂ ਟਰਮਸ ਆ ਜਾਂਦੀਆਂ, ਜਿਵੇਂ ਕਿ ਦ ਕੌਨਸੀਕੁਐਂਸਿਸ ਆਫ ਦਿਸ ਆਰ ਗ੍ਰੇਵ, ਸੋ ਆਫ ਲਿਖਿਆ ਹੋਇਆ ਹੈ ਅਤੇ ਕੌਨਸੀਕੁਐਂਸਿਸ ਮੋਰੇ ਦਾ ਲਿਖਣਾ ਜ਼ਰੂਰੀ ਹੈ। ਆਫ ਲਿਖਿਆ ਹੈ, ਦਾ ਲਿਖਣਾ ਜ਼ਰੂਰੀ ਹੈ। ਸੋ ਕੁਛ ਇਸ ਤਰ੍ਹਾਂ ਦੇ ਵਰਡਸ ਹੈ, ਠੀਕ ਹੈ। ਇੱਥੇ ਗਰੋਇੰਗ ਲੈਵਲ ਆਫ ਲਿਖਿਆ ਅਤੇ ਦਾ ਲਿਖਣਾ ਜ਼ਰੂਰੀ ਹੈ, ਠੀਕ ਹੈ। ਸੋ ਇਹ ਕੁਛ ਟਰਮਸ ਹੁੰਦੀਆਂ ਜਿੱਥੇ ਸਾਨੂੰ ਇੰਪੋਰਟੈਂਟ ਹੈ। ਦਾ ਐਕਚੁਅਲੀ ਹੁੰਦਾ ਹੈ ਕਿ ਉਹ ਵਾਲੀ ਚੀਜ਼ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਉਹ ਵਾਲੀ ਚੀਜ਼, ਸੋ ਇੱਥੇ ਲਿਖਣਾ ਜ਼ਰੂਰੀ ਹੈ।
a much better solution, an enormous amount. So this has resulted in enormous amount of carbon emission. ठीक है, the air quality. ਇਸ ਤੋਂ ਇਲਾਵਾ ਜੋ ਮੈਂ ਹਾਈਲਾਈਟ ਕੀਤਾ ਹੈ ਉਹ ਹੈ ਆ ਵਾਲੇ दैट हो गया, ਇਹ ਐਕਚੁਅਲੀ ਨਾउन ਕਲੌਜ਼ਸ ਹੈ, ਵਿਚ ਵਾਲੇ ਇਹ ਐਕਚੁਅਲੀ ਐਡਜੈਕਟਿਵ ਕਲੌਜ਼ਸ ਹੈ, ਵਾਈਲ ਵਾਲੇ ਐਕਚੁਅਲੀ ਐਡਵਰਬ ਕਲੌਜ਼ਸ ਹੈ, ਤੇ ਐਂਡ ਇਹ ਕੰਪਾਊਂਡ ਸੈਂਟੈਂਸ ਹੈ। ਸੋ ਆਪਾਂ ਇਹ ਸਾਰਾ ਪੋਰਸ਼ਨ ਜਿਹੜਾ ਹੈ ਉਹ ਕਵਰ ਕੀਤਾ। ਇਹਦੇ ਵਿੱਚ ਆਪਾਂ ਐਡਜੈਕਟਿਵ ਕਲੌਜ਼ਸ ਹੋ ਗਿਆ, ਐਡਵਰਬ ਕਲੌਜ਼ ਹੋ ਗਿਆ, ਨਾउन ਕਲੌਜ਼ ਹੋ ਗਿਆ, ਟੈਂਸਿਸ ਆਪਾਂ ਸਹੀ ਯੂਜ਼ ਕੀਤੇ ਆ, ਪੈਸਿਵ ਵਰਡ ਵੀ ਮੈਂ ਤੁਹਾਨੂੰ ਦੱਸ ਦੇਣਾ, ਪਹਿਲਾ ਸੈਂਟੈਂਸ ਹੀ ਪੈਸਿਵ ਹੈ, ਆਰਟੀਕਲਸ ਸਹੀ ਯੂਜ਼ ਕੀਤੇ ਆ। ਇਸ ਤੋਂ ਇਲਾਵਾ ਇਨ, ਔਨ, ਐਟ, ਬਾਏ, ਵਿਦ ਵਗੈਰਾ ਜਿਹੜੀਆਂ ਪ੍ਰੈਪੋਜੀਸ਼ਨਸ ਹੈ ਉਹ, ਤੇ ਪੰਕਚੁਏਸ਼ਨਸ ਹੈ ਉਹ ਸਹੀ ਹੋਣੀਆਂ ਚਾਹੀਦੀਆਂ। ਹੁਣ ਜਿਵੇਂ ਕਿ ਕਿੱਥੇ ਕੌਮਾ ਆਉਣਾ ਹੈ, ਠੀਕ ਹੈ, ਕਿੱਥੇ ਫੁੱਲ ਸਟਾਪ ਆਉਣਾ ਹੈ, ਇਹ ਇੰਪੋਰਟੈਂਟ ਹੈ। ਜੇ ਤੁਸੀਂ ਫੁੱਲ ਸਟਾਪ ਪਾਉਣਾ ਵੀ ਭੁੱਲ ਜਾਂਦੇ ਹੋ, ਠੀਕ ਹੈ, ਤੇ ਦੈਨ ਅਗੇਨ ਜਿਹੜੇ ਤੁਹਾਡੇ ਆ ਮਾਰਕਸ ਕੱਟਦੇ ਹੈ। ਸੋ ਇਹ ਬੜਾ ਜ਼ਰੂਰੀ ਹੈ, ਖਾਸ ਕਰ ਕੰਪਲੈਕਸ ਸੈਂਟੈਂਸਿਸ ਵਿੱਚ ਕਿੱਥੇ ਕੌਮਾ ਪਾਉਣਾ ਜ਼ਰੂਰੀ ਹੈ। ਸੋ ਆਪਾਂ ਉਹ ਚੈੱਕ ਕਰਾਂਗੇ, ਠੀਕ ਹੈ, ਤਾਂ ਕਿ ਤੁਹਾਨੂੰ ਕਲੀਅਰ ਰਹੇ ਕਿ ਆਪਾਂ ਪੰਕਚੁਏਸ਼ਨਸ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈ। ਇਸ ਤੋਂ ਇਲਾਵਾ ਜਿਹੜੇ ਪ੍ਰੈਪੋਜੀਸ਼ਨਸ ਹੁੰਦੀਆਂ ਜਿੱਥੇ ਕਿ ਕਿੱਥੇ ਆਫ ਆਉਣਾ ਹੈ, ਕਿੱਥੇ ਔਨ ਆਉਣਾ ਹੈ, ਕਿੱਥੇ ਫੋਰ ਆਉਣਾ ਹੈ, ਸੋ ਇਹਦਾ ਜਿਹੜਾ ਯੂਜ਼ ਹੈ ਉਹ ਵੀ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਹੈ। ਸੋ ਕਿੱਥੇ ਟੂ ਆਉਣਾ ਹੈ, ਠੀਕ ਹੈ, ਟੂ, ਔਨ, ਇਨ, ਠੀਕ ਹੈ, ਇਨ, ਫਰੋਮ। ਸੋ ਇਹ ਜਿਹੜੀਆਂ ਪ੍ਰੈਪੋਜੀਸ਼ਨਸ ਹੈ, ਇਨ, as easy as, ਠੀਕ ਹੈ, ਸੋ ਇਹ ਪ੍ਰੈਪੋਜੀਸ਼ਨਸ ਹੈ ਇਹ ਸਹੀ ਹੋਣੀਆਂ ਚਾਹੀਦੀਆਂ, ਤੇ ਗ੍ਰਾਮਰ ਤੁਹਾਡੀ ਸਹੀ ਹੋਏਗੀ। ਸੋ ਜਿੰਨੇ ਤੁਸੀਂ ਇਸ ਪੋਰਸ਼ਨ ਦੇ ਵਿੱਚ ਬੈਟਰ ਤੁਸੀਂ ਲਿਖੋਗੇ ਤਾਂ ਉਨੇ ਹੀ ਤੁਹਾਡੇ ਮਾਰਕਸ ਇਨਕਰੀਜ਼ ਹੋਊਗੇ। ਹੁਣ ਇੱਕ ਵਾਰ ਆਪਾਂ ਫਿਰ ਪੂਰਾ ਪੋਰਸ਼ਨ ਨੂੰ ਇੱਕ ਵਾਰ ਦੇਖ ਲੈਂਦੇ ਹਾਂ। ਸੋ ਪਹਿਲਾ ਪਾਰਟ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਉਹ ਹੈ ਤੁਹਾਡਾ ਟਾਸਕ ਅਚੀਵਮੈਂਟ ਦਾ। ਅਤੇ ਟਾਸਕ ਅਚੀਵਮੈਂਟ ਕੀ ਹੁੰਦਾ ਹੈ ਕਿ ਕੁਐਸਚਨ ਕੀ ਪੁੱਛਿਆ ਹੈ ਅਤੇ ਉਹਦੇ ਬੇਸ 'ਤੇ ਤੁਹਾਡਾ ਆਨਸਰ ਕੀ ਹੋਣਾ ਚਾਹੀਦਾ ਹੈ। ਜੋ ਵੀ ਤੁਹਾਨੂੰ ਕੁਐਸਚਨ ਪੁੱਛਿਆ ਹੈ, ਤੁਹਾਨੂੰ ਐਗਰੀ ਡਿਸਐਗਰੀ ਪੁੱਛਿਆ ਹੈ, ਤਾਂ ਤੁਸੀਂ ਉਹਦੇ ਹਿਸਾਬ ਨਾਲ ਦੇਖੋ ਕੀ ਸਟੇਟਮੈਂਟਸ ਹੈ, ਕਿਹਨਾਂ ਐਗਰੀ ਕਰ ਰਹੇ ਹੋ, ਕਿਹਨਾਂ ਡਿਸਐਗਰੀ ਕਰ ਰਹੇ ਹੋ। ਤੁਹਾਨੂੰ ਪ੍ਰੋਬਲਮ ਸੋਲਿਊਸ਼ਨ ਪੁੱਛਿਆ ਹੈ ਤਾਂ ਤੁਸੀਂ ਪ੍ਰੋਬਲਮਸ ਨੂੰ ਵੀ ਦੱਸਣਾ ਹੈ, ਸੋਲਿਊਸ਼ਨਸ ਨੂੰ ਵੀ ਦੱਸਣਾ ਹੈ ਅਲੱਗ-ਅਲੱਗ। ਤੁਹਾਨੂੰ ਐਡਵਾਂਟੇਜਸ ਡਿਸਐਡਵਾਂਟੇਜਸ ਦੱਸਿਆ ਹੈ। ਜੇ ਆਊਟਵੇ ਵਾਲਾ ਕੁਐਸਚਨ ਹੈ ਤਾਂ ਤੁਹਾਨੂੰ ਦੇਖਣਾ ਪਏਗਾ ਐਡਵਾਂਟੇਜਸ ਜ਼ਿਆਦਾ ਹੋਣੀਆਂ ਚਾਹੀਦੀਆਂ, ਡਿਸਐਡਵਾਂਟੇਜਸ ਜ਼ਿਆਦਾ ਹੋਣੀਆਂ ਚਾਹੀਦੀਆਂ, ਕੀ ਤੁਸੀਂ ਜ਼ਿਆਦਾ ਦੱਸਣਾ ਚਾਹੁੰਦੇ ਹੋ। ਜੇ ਤੁਸੀਂ ਡਿਸਕਸ਼ਨ ਐਸੇ ਦਿੱਤਾ ਹੈ, ਡਿਸਕਸ ਬੋਥ ਸਾਈਡਸ ਐਂਡ ਗਿਵ ਯੂਰ ਓਪੀਨੀਅਨ, ਸੋ ਤੁਸੀਂ ਡਿਸਕਸ ਕਰਨੀ ਹੈ ਦੋਨੋਂ ਸਾਈਡ 'ਤੇ, ਆਪਣਾ ਓਪੀਨੀਅਨ ਵੀ ਦੇਣਾ ਹੈ। ਜੋ ਵੀ ਤੁਹਾਡਾ ਓਪੀਨੀਅਨ ਹੈ ਉਹ ਥਰੂ ਆਊਟ ਐਂਡ ਤੱਕ ਤੁਹਾਡਾ ਸੇਮ ਰਹਿਣਾ ਚਾਹੀਦਾ ਹੈ, ਅਤੇ ਜੋ ਵੀ ਤੁਹਾਡਾ ਓਪੀਨੀਅਨ ਹੈ ਤੁਹਾਨੂੰ ਉਹ ਰੈਲੇਵੈਂਟ ਐਕਸਪਲੇਨੇਸ਼ਨਸ ਅਤੇ ਐਗਜ਼ਾਮਪਲਸ ਦੇ ਨਾਲ, ਸਪੋਰਟਿੰਗ ਆਈਡੀਆਜ਼ ਦੇ ਨਾਲ, ਕਾਫੀ ਸਾਰੇ ਸਪੋਰਟਿੰਗ ਆਈਡੀਆਜ਼ ਨਾਲ ਪ੍ਰੂਫ ਕਰਨਾ ਪਏਗਾ ਕਿ ਤੁਸੀਂ ਇੱਦਾਂ ਕਿਉਂ ਕਹਿ ਰਹੇ ਹੋ। ਦੈਟ ਇਜ਼ ਅ ਟਾਸਕ ਅਚੀਵਮੈਂਟ। ਉਸ ਤੋਂ ਇਲਾਵਾ ਨੈਕਸਟ ਹੈ ਕੋਹੇਜਨ ਐਂਡ ਕੋਹੇਰੈਂਸ, CC ਜਿਹਨੂੰ ਆਪਾਂ ਕਹਿੰਦੇ ਹਾਂ। ਕੋਹੇਜਨ ਐਂਡ ਕੋਹੇਰੈਂਸ ਇਹਦੇ ਮਾਰਕਸ ਹੈ ਕਿ ਜੋ ਵੀ ਆਪਾਂ ਲਿਖ ਰਹੇ ਹਾਂ ਉਹਦੇ ਕਿੰਨੇ ਪੈਰਾਗ੍ਰਾਫਸ ਬਣਨੇ ਚਾਹੀਦੇ ਹੈ, ਅਤੇ ਉਹ ਪੈਰਾਗ੍ਰਾਫ ਸੈਪਰੇਟ ਹੋਣੇ ਚਾਹੀਦੇ ਆ, ਮਿਕਸ ਨਹੀਂ ਹੋਣੇ ਚਾਹੀਦੇ। ਉਸ ਤੋਂ ਇਲਾਵਾ ਆਪਾਂ ਉਹਦੇ ਵਿੱਚ ਰੈਫਰੈਂਸਿੰਗ ਯੂਜ਼ ਕਰਨੀ ਹੈ, ਲਿੰਕਿੰਗ ਯੂਜ਼ ਕਰਨੀ ਹੈ, ਤਾਂ ਕਿ ਜਿਹੜਾ ਐਸੇ ਹੈ ਉਹ ਇੱਕ ਕੰਪਲੀਟ ਹੋਲ ਬਣੇ, ਉਹ ਬਿਲਕੁਲ ਉਹ ਵਿੱਚ ਡਿਸਕਨੈਕਟਡ ਨਾ ਹੋਵੇ, ਕਿਸੇ ਰੀਡਰ ਦਾ ਧਿਆਨ ਕਿਤੇ ਹੋਰ ਸਾਈਡ 'ਤੇ ਨਾ ਜਾਵੇ। ਤੀਜਾ ਜਿਹੜਾ ਪਾਰਟ ਹੈ ਉਹ ਲੈਕਸੀਕਲ ਰਿਸੋਰਸਿਸ। ਲੈਕਸੀਕਲ ਰਿਸੋਰਸਿਸ ਮੈਂ ਤੁਹਾਨੂੰ ਹੁਣੇ ਦੱਸਿਆ ਹੈ ਕਿ ਉਹਦੇ ਵਿੱਚ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਕੋਲੋਕੇਸ਼ਨਸ ਦਾ ਇਸਤੇਮਾਲ ਜ਼ਿਆਦਾ ਤੋਂ ਜ਼ਿਆਦਾ ਕਰ ਪਾਈਏ, ਵਧੀਆ ਵਰਡਸ ਦਾ ਇਸਤੇਮਾਲ ਜ਼ਿਆਦਾ ਤੋਂ ਜ਼ਿਆਦਾ ਕਰ ਪਾਈਏ। ਉਹ ਸਿੱਖੋ ਥੋੜ੍ਹੇ ਵਧੀਆ ਵਰਡਸ ਹੈ ਜਿਹੜੇ, ਜਿੱਦਾਂ ਮੈਂ ਤੁਹਾਨੂੰ ਇੱਥੇ ਨਾਲ ਦੀ ਨਾਲ ਆਪਾਂ ਦੇਖਦੇ ਰਹਾਂਗੇ। ਅਤੇ ਐਸੇਸ ਪੜ੍ਹੋਗੇ ਜਦੋਂ ਤੁਸੀਂ ਉੱਥੇ ਦੇਖੋ ਕਿਹੜਾ ਵਰਡ ਯੂਜ਼ ਕੀਤਾ ਗਿਆ ਹੈ, ਠੀਕ ਹੈ, ਅਤੇ ਉਹ ਤੁਸੀਂ ਉਹਨੂੰ ਯੂਜ਼ ਕਰੋ, ਬਟ ਮੇਕ ਸ਼ੋਰ ਤੁਹਾਨੂੰ ਐਗਜ਼ੈਕਟਲੀ ਉਹਦਾ ਮਤਲਬ ਪਤਾ ਹੋਵੇ, ਤੁਹਾਨੂੰ ਪਤਾ ਹੋਵੇ ਉਹ ਕਿੱਦਾਂ ਯੂਜ਼ ਕਰਨਾ ਹੈ। ਬਟ ਉਸ ਤੋਂ ਇਲਾਵਾ ਆਈ ਵੁੱਡ ਸੁਜੈਸਟ ਕਿ ਤੁਸੀਂ ਐਕਸਟ੍ਰੀਮਲੀ ਪ੍ਰੈਕਟੀਕਲ, ਹਾਈਲੀ, ਕੰਪਲੀਟਲੀ ਇਹ ਵਰਡਸ ਨੂੰ ਵੀ ਇਸਤੇਮਾਲ ਕਰਨਾ ਸ਼ੁਰੂ ਕਰੋ, ਤਾਂ ਕਿ ਫੇਵਰੇਬਲ ਕੰਡੀਸ਼ਨਸ, ਠੀਕ ਹੈ, ਸੋ ਤਾਂ ਕਿ ਤੁਹਾਡੇ ਇਨੋਰਮਸ ਅਮਾਊਂਟ ਐਡਵਰਸਲੀ ਇਫੈਕਟਸ, ਠੀਕ ਹੈ, ਇਹ ਤੁਹਾਡੇ ਮਾਰਕਸ ਨੂੰ ਬਹੁਤ ਜ਼ਿਆਦਾ ਇੰਪਰੂਵ ਕਰ ਸਕਦੇ ਹੈ, ਠੀਕ ਹੈ। ਅਤੇ ਲਾਸਟ ਪਾਰਟ ਹੈ ਜਿਹੜਾ ਉਹ ਅਗੇਨ ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ ਹੈ। ਮੈਂ ਡੈਫੀਨੇਟਲੀ ਇੱਕ ਵਾਰ ਐਡਜੈਕਟਿਵ, ਐਡਵਰਬ ਅਤੇ ਨਾउन ਕਲੌਜ਼ ਮੈਂ ਕੋਸ਼ਿਸ਼ ਕਰੂੰਗਾ, ਜੇ ਤੁਸੀਂ ਸਾਰੇ ਮੰਨੋ ਤਾਂ ਤੁਹਾਡੀ ਇੱਕ ਕਲਾਸ ਲਊਂਗਾ ਜਿਹਦੇ ਵਿੱਚ ਤੁਹਾਨੂੰ ਐਡਜੈਕਟਿਵ ਕਲੌਜ਼ਸ, ਐਡਵਰਬ ਕਲੌਜ਼ਸ ਅਤੇ ਨਾउन ਕਲੌਜ਼ਸ ਨੂੰ ਸਪੈਸੀਫਿਕਲੀ ਦੱਸਿਆ ਜਾਏ। ਸੋ ਹੂ ਵਾਲੇ ਸੈਂਟੈਂਸਿਸ ਬਹੁਤ ਸਾਰੇ ਬੱਚਿਆਂ ਦੇ ਗਲਤ ਹੁੰਦੇ ਹੈ, ਵਿਚ ਵਾਲੇ ਸੈਂਟੈਂਸਿਸ, ਅਤੇ ਇਹਨੂੰ ਸਮਝਣਾ ਹੱਦ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਇਹ ਗਲਤ ਕਿਉਂ ਹੈ। ਸਮਝ ਪਾ ਰਹੇ ਹੋ ਕਿ ਨਹੀਂ? ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਇਲਾਵਾ ਐਡਵਰਬ ਕਲੌਜ਼ਸ ਹੈ ਜਿਹੜੇ, ਜੇ ਆਪਾਂ ਵਾਈਲ ਹੋ ਗਿਆ, ਵੈਨ ਹੋ ਗਿਆ, ਠੀਕ ਹੈ, ਜੇ ਆਪਾਂ ਹੋਰ ਵੀ ਬੈਟਰ ਹੋਏਗਾ ਜੇ ਆਪਾਂ ਇਫ ਵਾਲਾ ਸੈਂਟੈਂਸ ਇਨਕਲੂਡ ਕਰ ਲਈਏ, ਆਲਦੋ,
ठीक है, ਜਿਹੜਾ ਲਾਸਟ ਸੈਂਟੈਂਸ ਆਪਾਂ ਆਲ ਤੋਂ ਨਾ ਬਣਾਇਆ। ਸੋ ਇਹ ਵਾਲੇ ਸੈਂਟੈਂਸਿਸ ਵਿੱਚ ਯੂਜ਼ ਕਰੀਏ, ਇਹਨਾਂ ਸਾਡੇ ਕੰਪਲੈਕਸ ਸੈਂਟੈਂਸਿਸ ਬਣਦੇ ਆ। ਨੈਵਰਦਲੈਸ, ਹਾਊਐਵਰ, ਠੀਕ ਹੈ। ਨਾਊਨ ਕਲੌਜ਼ਸ ਜਿਹੜੇ ਹੁੰਦੇ ਆ, ਨਾਊਨ ਕਲੌਜ਼ਸ ਨੂੰ ਮੈਂ ਸਪੈਸੀਫਿਕਲੀ ਤੁਹਾਨੂੰ ਦੱਸੂਗਾ। ਸੋ ਜਿੱਦਾਂ ਆਪਾਂ ਕਹਿੰਦੇ ਹਾਂ ਇਟ ਇਜ਼ ਬਿਲੀਵਡ ਦੈਟ, ਠੀਕ ਹੈ, ਇਟ ਇਜ਼ ਬਿਲੀਵਡ ਦੈਟ ਤੋਂ ਬਾਅਦ ਜੋ ਵੀ ਲਿਖਣਾ ਉਹ ਐਕਚੁਅਲੀ ਨਾਊਨ ਕਲੌਜ਼ ਹੁੰਦਾ ਹੈ, ठीक है। या सम पीपल थिंक दैट, सो सम पीपल हो, सम पीपल थिंक तो बाद आप जो भी आप वर्ब तो बाद दैट लिखिए उस तो बाद आप नाउन क्लोज अगे लिखते हैं। सो एक्चुअली तुम यूज़ करते हो, तुहानू पता नहीं है सम हाउ, बट आप इनू भी यूज़ करना, ये भी होना चाहिए। टेंसेस है वो सही होने चाहिए। पैसिव भी विच आप यूज़ करांगे। आ जिहड़ा हुंदा ना इट इज़ बिलीव्ड दैट, ये एक्चुअली पैसिव सेंटेंस ही हुंदा है। आर्टिकल्स एक इंपॉर्टेंट है, प्रैपोजिशंस तो तुसीं मोस्ट लाइकली यूज़ करते हो। पंचुएशनस एक होर इंपॉर्टेंट है, जिहड़े कि मार्क्स नूं तुहाडे इंप्रूव कर सकते हैं। सो ये तुहाडा ऐसे सीगा, ते तुहाडे हुण जे कोई क्वेरी है तो मैनूं पुछो, जे कुछ पुछना चाहते हो पुछ सकते हो। एनीथिंग जो भी तुसीं पुछना चाहते हो मैनूं पुछ सकते हो। सर आइडियाज नहीं मतलब आने हुंदे जदों टास्क लिखना हुंदा है, ਉਹਦੇ ਲਈ ਕੀ ਕਰਨਾ ਚਾਹੀਦਾ ਹੈ? ਆਈਡੀਆਜ਼ ਨੂੰ ਜਨਰੇਟ ਕਰਨ ਦੇ ਲਈ ਹਾਂ ਮੈਂ ਇੱਕ ਪਾਰਟ ਤੁਹਾਡੇ ਨਾਲ ਹੋਰ ਸ਼ੇਅਰ ਕਰੂੰਗਾ। ਕੋਸ਼ਿਸ਼ ਕਰੂੰਗਾ ਕਿ ਮੈਂ ਇੱਥੇ ਹੀ ਕਰਾਵਾਂ ਜੇ ਮੈਂ ਕਰਾ ਸਕਾਂ, ਜੇ ਮੈਂ ਟਾਈਮ ਅਵੇਲੇਬਲ ਹੋਇਆ ਤਾਂ ਮੈਂ ਉੱਥੇ ਹੀ। ਰਾਈਟਿੰਗ ਟਾਸਕ ਵਿੱਚ ਸਿਰਫ ਤੇ ਸਿਰਫ ਆਪਾਂ ਨੂੰ ਇਹ 'ਤੇ ਹੋਰ ਜ਼ਿਆਦਾ ਕੰਮ ਕਰਨ ਦੀ ਲੋੜ ਹੈ। ਇੱਕ ਤਾਂ ਇਹ ਜੋ ਤੁਸੀਂ ਸਮਝਿਆ ਉਹ, ਪਲੱਸ ਇਹਦੇ ਨਾਲ ਮੈਂ 2-3 ਹਲੇ ਲੈਕਚਰਸ ਮੇਰੇ ਹਲੇ ਪੈਂਡਿੰਗ ਪਏ ਆ ਕਿ ਕਿਹੜੀਆਂ ਗਲਤੀਆਂ ਹੈ ਜਿਹੜੇ ਸਟੂਡੈਂਟਸ ਜ਼ਿਆਦਾ ਕਰਦੇ ਆ ਜਿਹਦੇ ਕਰਕੇ ਉਹਨਾਂ ਦੇ ਮਾਰਕਸ ਨਹੀਂ ਆਉਂਦੇ। ਇਹਦੀਆਂ ਬਹੁਤ ਸਾਰੀ ਇੱਕ ਲਿਸਟ ਹੈ, ਸੋ ਉਹਨੂੰ ਮੈਂ ਤੁਹਾਨੂੰ ਸ਼ੇਅਰ ਕਰਨਾ ਜ਼ਰੂਰੀ ਹੈ। ਤੇ ਆ ਵੀ ਇਹਨਾਂ ਇਹ ਆਰਟੀਕਲਸ ਕਿੱਦਾਂ ਯੂਜ਼ ਕਰਨੇ, ਕਿੱਥੇ ਯੂਜ਼ ਕਰਨੇ, ਇਹਦੀ ਐਗਜ਼ਾਮਪਲਸ ਦੇ ਨਾਲ ਸਮਝਾਉਣਾ ਇਹ ਵੀ ਜ਼ਰੂਰੀ ਹੈ। ਪੈਸਿਵ ਸੈਂਟੈਂਸਿਸ ਦੇ ਉੱਤੇ ਕੰਮ ਕਰਨਾ ਉਹ ਵੀ ਜ਼ਰੂਰੀ ਹੈ। ਸੋ ਮੈਂ ਕੋਸ਼ਿਸ਼ ਕਰੂੰਗਾ ਇਹਦੇ ਸੈਪਰੇਟ ਕਾਫੀ ਸਾਰੇ ਸੈਂਟੈਂਸਿਸ ਬਣਾ ਕੇ, ਲਿਸਟ ਬਣਾ ਕੇ ਤੁਸੀਂ ਕਰੋ, ਠੀਕ ਹੈ। ਤੇ ਐਡਜੈਕਟਿਵ ਕਲੌਜ਼ਸ, ਐਡਵਰਬ ਕਲੌਜ਼ਸ, ਤੇ ਪਲੱਸ ਜਿਹੜੇ ਆਈਡੀਆਜ਼ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਜੋ ਕੰਟੈਂਟ ਮੇਰੇ ਕੋਲ ਹੈਗਾ, ਤਾਂ ਕਿ ਤੁਸੀਂ ਉਹ ਪੜ੍ਹੋ ਅਤੇ ਉਹ 'ਤੇ ਆਈਡੀਆਜ਼ ਜਨਰੇਟ ਕਰ ਪਾਓ। ਆਪਾਂ ਕੋਸ਼ਿਸ਼ ਕਰਾਂਗੇ, ਬਟ ਐਟ ਦ ਸੇਮ ਟਾਈਮ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਜਿੰਨੇ ਵੀ ਕੁਐਸਚਨਸ ਹੈ ਨਾ ਆਪਣੀ ਐਪਲੀਕੇਸ਼ਨ 'ਚ ਅਵੇਲੇਬਲ ਹੈ, ਮਾਈ ਸਕੂਲ ਐਪ 'ਚ ਜਿਹੜੇ ਅਵੇਲੇਬਲ ਹੈ, ਠੀਕ ਹੈ। ਜੇ ਤੁਹਾਡੇ ਕੋਲ ਹੈਗੀ ਹੈ, ਜੇ ਨਹੀਂ ਹੈਗੀ ਤਾਂ ਉਹ ਡਾਊਨਲੋਡ ਕਰੋ, ਜੇ ਹੈਗੀ ਹੈ ਤਾਂ ਉਹ 'ਚ ਜਿੰਨੇ ਵੀ ਟਾਸਕ 2 ਹੈ ਉਹਨੂੰ ਪੜ੍ਹੋ। ਹੰਡਰਡਸ ਆਫ ਟਾਸਕ 2 ਹੈ, ਜੇ 100 ਟਾਸਕ 2 ਵੀ ਹੈ, ਠੀਕ ਹੈ। ਉਹ ਜੇ ਤੁਸੀਂ ਪੜ੍ਹੋਗੇ ਤਾਂ ਡੈਫੀਨੇਟਲੀ ਤੁਹਾਨੂੰ ਆਈਡੀਆਜ਼ ਜਨਰੇਟ ਹੋਊਗੇ। ਬਟ ਆਪਾਂ ਐਕਚੁਅਲੀ ਆਈਡੀਆਜ਼ 'ਤੇ ਕੰਮ ਕਰਾਂਗੇ, ਟੈਨਸ਼ਨ ਨਾ ਲਓ, ਕੋਈ ਨਹੀਂ। ਓਕੇ, ਥੈਂਕ ਯੂ ਸਰ। ਹੋਰ ਕੋਈ ਕੁਐਰੀ? ਸਰ ਤੁਸੀਂ ਲਿਖਾਉਂਦੇ ਬਹੁਤ ਵਧੀਆ ਸਰ। ਹੈ ਤੁਸੀਂ ਲਿਖਾਉਂਦੇ ਬਹੁਤ ਵਧੀਆ ਸਰ। ਲਿਖਾਉਂਦੇ ਪਾਉਂਦੇ ਲਿਖਾਉਂਦਾ ਕਿ ਲਿਖਦਾ? ਨਹੀਂ ਉੱਦਾਂ ਵੀ ਸਰ ਲਿਖਾਉਂਦੇ ਇੱਕ ਹਿਸਾਬ ਨਾਲ ਸਾਨੂੰ ਸਾਡੇ ਲਈ ਕਰਦੇ ਪਏ ਸਰ ਤੁਸੀਂ ਇੱਦਾਂ ਇੰਨੀ ਮਿਹਨਤ ਨਾਲ। ਚਲੋ ਬਹੁਤ ਥੈਂਕ ਵਧੀਆ ਯੂ, ਹੈ ਥੈਂਕ ਯੂ। ਯੈਸ ਸਰ, ਇਟ ਇਜ਼ ਟਰੂ। ਸਰ ਤੁਹਾਡੇ ਤਾਂ ਮੈਨੂੰ ਲੱਗਦਾ 9 ਬੈਂਡ ਆਏ ਹੋਣੇ। ਥੈਂਕ ਯੂ, ਥੈਂਕ ਯੂ ਸਰ। ਤੁਸੀਂ ਲਿਖਾਉਂਦੇ ਬਹੁਤ ਵਧੀਆ, ਇੱਕ ਵਿਊ ਬਹੁਤ ਵਧੀਆ ਪਿੱਛੇ ਵਾਲਾ। ਓਕੇ ਸਰ ਸੁਖਦੀਪ ਦੀ ਵੋਟ ਖੜੀ ਹੋਣੀ ਆ, ਦੇਖਿਓ। ਸਰ ਤੁਹਾਡੇ ਚ 9 ਬੈਂਡ ਹੀ ਆਏ ਹੋਗੇ? ਨਹੀਂ, ਮੈਂ ਹਲੇ ਤਾਂ ਮੈਂ ਬਹੁਤ ਪਹਿਲਾਂ ਟੈਸਟ ਦਿੱਤਾ ਸੀ, ਉਦੋਂ ਮੇਰੇ 7 ਸੀਗੇ। ਉਹ ਡੈਫੀਨੇਟਲੀ ਆਈ ਥਿੰਕ ਮੇ ਬੀ ਸ਼ਾਇਦ ਇੰਪਰੂਵ ਹੋ ਗਿਆ ਹੁਣ। ਉਹ ਤਾਂ ਹੋ ਗਏ ਹੋਣੇ ਸਰ ਤੁਹਾਡੇ ਰੀਡਿੰਗ ਚ ਵੀ। ਰੀਡਿੰਗ ਤੋਂ ਰਾਈਟ ਤੇ ਲਿਸਨਿੰਗ ਚ ਮੇਰੇ ਜ਼ਿਆਦਾ ਸੀਗੇ 8, ਬਟ ਇਹਦੇ ਚੋਂ 7 ਸੀਗੇ ਉਸ ਟਾਈਮ। ਮੇ ਬੀ ਕੋਈ ਵੀ ਰੀਜ਼ਨ ਹੋ ਸਕਦਾ ਘੱਟ ਆਉਂਦੇ। ਸਰ ਰਾਈਟਿੰਗ ਚ 7 ਸੀ? ਹਾਂਜੀ ਹਾਂਜੀ, ਰਾਈਟਿੰਗ ਸਪੀਕਿੰਗ ਚ ਸਾਰਿਆਂ ਲਈ ਇੰਪੋਸੀਬਲ ਹੈ ਉਹ। ਨਹੀਂ ਆਈ ਥਿੰਕ, ਬਟ ਉਹ ਬਹੁਤ ਪੁਰਾਣੀ ਗੱਲ ਹੈ। ਬਹੁਤ ਫਰਕ ਪੈ ਜਾਂਦਾ ਜਦੋਂ ਤੁਸੀਂ ਰੈਗੂਲਰ ਪ੍ਰੈਕਟਿਸ ਕਰਦੇ ਹੋ ਨਾ। ਮੇਨ ਪ੍ਰੈਕਟਿਸ ਹੀ ਬਹੁਤ ਚੀਜ਼ ਹੁੰਦੀ ਹੈ ਕਿ ਜੋ ਤੁਸੀਂ ਰੈਗੂਲਰ ਪ੍ਰੈਕਟਿਸ ਕਰਦੇ ਹੋ। ਹੁਣ ਮੈਂ ਤੁਹਾਡਾ ਟੀਚਰ ਹਾਂ, ਸੋ ਤੁਸੀਂ ਸੋਚੋ ਨਾ ਮੈਂ ਕਿੰਨੇ ਐਸਐਸ ਲਿਖੇ ਹੋਊਗੇ। ਤੁਸੀਂ ਸੋਚੋ ਮੈਂ ਤੁਹਾਡੇ ਸਾਹਮਣੇ ਇੱਥੇ ਕਿੰਨੇ ਐਸਐਸ ਲਿਖਦਾ ਰੋਜ਼। ਸਰ ਇੱਕ ਵਾਰ ਪੇਪਰ ਦੇ ਕੇ ਦੇਖੋ, ਤੁਹਾਡੇ 9 ਬੈਂਡ ਤਾਂ ਆਊਗੇ। ਚਲ ਅੱਛਾ, ਹੁਣ ਕੁਐਸਚਨ ਪੁੱਛਣਾ ਹੈ ਚੋ ਤੁਹਾਨੂੰ ਰਾਈਟਿੰਗ ਪਹਿਲਾਂ ਮੈਨੂੰ ਦੱਸੋ ਸਹੀ ਢੰਗ ਨਾਲ ਸਮਝ ਆਈ ਕਿ ਨਹੀਂ ਆਈ? ਹਾਂਜੀ ਸਰ। ਸਰ ਹਾਂਜੀ ਆਉਂਦੀ ਆ, ਬਾਕੀ ਪ੍ਰੈਕਟਿਸ ਹੈ ਸਰ। ਹਾਂ ਡੈਫੀਨੇਟਲੀ, ਇਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣਾ PDF, ਠੀਕ ਹੈ। ਤੁਹਾਨੂੰ ਗਰੁੱਪ ਦੇ ਵਿੱਚ ਹੁਣੇ ਮਿਲ ਜਾਏਗੀ ਥੋੜ੍ਹੀ ਦੇਰ ਤੱਕ, ਠੀਕ ਹੈ। ਬਟ ਇਹ ਵੀਡੀਓ ਵੀ ਅਵੇਲੇਬਲ ਹੋਏਗੀ ਤੁਹਾਨੂੰ, ਅਗੇਨ ਮੈਂ ਗਰੁੱਪ 'ਚ ਪੋਸਟ ਕਰ ਦੂੰਗਾ, ਠੀਕ ਹੈ। ਆਫ ਕਰੀਏ ਫਿਰ ਹੁਣ? ਠੀਕ ਹੈ। ਗੁੱਡ ਈਵਨਿੰਗ। ਓਕੇ, ਗੁੱਡ ਈਵਨਿੰਗ। ਗੁੱਡ ਈਵਨਿੰਗ ਸਰ। ਗੁੱਡ ਈਵਨਿੰਗ ਸਰ। ਗੁੱਡ ਈਵਨਿੰਗ, ਗੁੱਡ ਈਵਨਿੰਗ।
ਗੁੱਡ ਈਵਨਿੰਗ ਸਰ, ਪਾਣੀ ਪੀਣਾ ਸਰ। ਗੁੱਡ ਇਵਨਿੰਗ।